ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣਾ ਡੇ 14 ਲੈਕਚਰ 2 ਪੁਰਾਤਨ ਇਤਿਹਾਸ, ਆਪਾਂ ਐਨਸੀਈਆਰਟੀ ਇਤਿਹਾਸ ਦੀ ਕਿਤਾਬ ਪੜ੍ਹ ਰਹੇ ਹਾਂ। ਅੱਜ ਆਪਾਂ ਜੋ ਕਰਨਾ, ਆਪਾਂ ਵੈਦਿਕ ਯੁੱਗ ਕਰਨਾ ਹੈ। ਸਿੰਧੂ ਘਾਟੀ ਸਭਿਅਤਾ ਬਾਰੇ ਕਰ ਰਹੇ ਸੀ, ਉਸ ਬਾਰੇ ਆਪਾਂ ਥੋੜਾ ਜਿਹਾ ਉਹਨੂੰ ਐਂਡ ਕਰ ਦਈਏ। ਦੇਖੋ, ਸਿੰਧੂ ਘਾਟੀ ਸਭਿਅਤਾ ਕਿੱਦਾਂ ਖਤਮ ਹੋਈ, ਇਹਦੇ ਅੱਜ ਤੱਕ ਬਹੁਤ ਸਾਰੇ ਸਵਾਲ ਹੈ ਕਿ ਕਿਸ ਕਾਰਨਾਂ ਕਾਰਨ ਸਿੰਧੂ ਘਾਟੀ ਸਭਿਅਤਾ ਜਿਹੜੀ ਇੰਨੀ ਐਡਵਾਂਸ ਸੀ, ਸ਼ਹਿਰ ਬਣਾਏ ਹੋਏ ਸੀ ਇਹਨਾਂ ਨੇ, ਚੰਗਾ ਖਾਸਾ ਵਪਾਰ ਸੀਗਾ, ਠੀਕ ਹੈ। ਫਿਰ ਘਰਾਂ ਦਾ ਇਨਫਰਾਸਟ੍ਰਕਚਰ, ਪੱਕੀਆਂ ਇੱਟਾਂ ਨਾਲ ਘਰ ਬਣਾਏ ਹੋਏ ਸੀ, ਗਲੀਆਂ ਚੰਗੀਆਂ ਬਣਾਈਆਂ ਹੋਈਆਂ ਸੀ, ਸੀਵੇਜ ਬਣਾਏ ਹੋਏ ਸੀ, ਤੇ ਇੱਡੀ ਜੇ ਐਡਵਾਂਸ ਸਿਵਲਾਈਜੇਸ਼ਨ ਸੀ, ਖਤਮ ਕਿਉਂ ਹੋ ਗਈ? ਤਾਂ ਇਹਦੇ ਤਿੰਨ ਕਾਰਨ ਮੰਨੇ ਜਾਂਦੇ ਆ। ਸਭ ਤੋਂ ਪਹਿਲਾ ਜਿਹੜਾ ਕਾਰਨ ਹੈ ਕਿ ਇੱਥੇ ਹੜ੍ਹ ਆ ਗਏ ਸੀ, ਠੀਕ ਹੈ। ਦੇਖੋ, ਇਹ ਜਿੰਨੇ ਵੀ ਇਹਨਾਂ ਦੇ ਸ਼ਹਿਰ ਸੀ, ਇਹ ਬਿਲਕੁਲ ਨਦੀਆਂ ਦੇ ਨਾਲ ਇਹਨਾਂ ਨੇ ਸ਼ਹਿਰ ਬਣਾਏ ਸੀ। ਆਪਾਂ ਲਾਸਟ ਲੈਕਚਰ ਵਿੱਚ ਮੈਪ ਨਾਲ ਵੀ ਸਟੱਡੀ ਕੀਤਾ। ਇਹ ਜਿੰਨੇ ਵੀ ਇਹਨਾਂ ਨੇ ਮੈਪ ਦੇ ਨਾਲ ਇੱਥੇ ਸਾਰੇ ਨਦੀਆਂ ਦੇ ਨਾਲ ਇਹਨਾਂ ਨੇ ਘਰ ਬਣਾਏ ਸੀ, ਆਪਾਂ ਮੈਪ ਵਿੱਚ ਦੇਖਿਆ ਵੀ। ਤਾਂ ਹੋਇਆ ਕੀ ਕਿ ਜਿਵੇਂ ਜਿਵੇਂ ਆਪਣੀ ਨਦੀਆਂ ਦੇ ਅੰਦਰ ਪਾਣੀ ਵਧਿਆ, ਦੇਖੋ ਹੋਇਆ ਕੀ ਸੀ, ਆਪਣਾ ਜਲਵਾਯੂ ਪਰਿਵਰਤਨ ਵੀ ਨਾਲ ਇਹ ਦੋਨੋਂ ਚੀਜ਼ਾਂ ਜੁੜੀਆਂ ਹੋਈਆਂ। ਆਪਣੀ ਧਰਤੀ ਜਿਵੇਂ ਜਿਵੇਂ ਗਰਮ ਹੋਣੀ ਸ਼ੁਰੂ ਹੋਈ, ਦੇਖੋ ਹੋਇਆ ਕੀ ਸੀ, ਇਦਾਂ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਨੇ ਕਿ ਅੱਜ ਕੱਲ ਆਪਣਾ ਧਰਤੀ ਦਾ ਤਾਪਮਾਨ ਵੱਧਦਾ ਜਾ ਰਿਹਾ। ਤਾਂ ਇਦਾਂ ਨਹੀਂ ਹੈ ਕਿ ਧਰਤੀ ਖੁਦ ਨਹੀਂ ਕੁਝ ਕਰ ਰਹੀ ਹੈ। ਧਰਤੀ ਦਾ ਨਾ ਇੱਕ ਸਾਈਕਲ ਚੱਲਦਾ ਹੈ, ਜਿੱਥੇ ਧਰਤੀ ਇੱਕ ਟਾਈਮ ਤੇ ਗਰਮ ਹੁੰਦੀ ਜਾਂਦੀ, ਇੱਕ ਟਾਈਮ ਤੇ ਇੰਨੀ ਜ਼ਿਆਦਾ ਗਰਮ ਹੋ ਜਾਊਗੀ ਜਦੋਂ ਬਿਲਕੁਲ ਭਾਫਾਂ ਧਰਤੀ ਚੋਂ ਨਿਕਲਣਗੀਆਂ, ਆਸ-ਪਾਸ ਚਾਰੋਂ ओर ਬੱਦਲ ਬਣ ਜਾਣਗੇ। ਉਸ ਤੋਂ ਬਾਅਦ ਜਦੋਂ ਬੱਦਲਾਂ ਦੀ ਪੂਰੀ ਲੇਅਰ ਬਣ ਜਾਂਦੀ ਹੈ, ਉਸ ਤੋਂ ਬਾਅਦ ਧਰਤੀ ਬਿਲਕੁਲ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ, ਬਿਲਕੁਲ ਹੀ ਆਈਸ ਏਜ ਆ ਜਾਂਦੀ ਹੈ, ਜੰਮ ਜਾਂਦੀ ਹੈ, ਸਾਰਾ ਕੁਝ ਜੰਮ ਜਾਂਦਾ ਹੈ। ਫਿਰ ਦੁਬਾਰਾ ਤੋਂ ਪਿਘਲਣੀ ਸ਼ੁਰੂ ਹੁੰਦੀ ਹੈ, ਜਿਵੇਂ ਜਿਵੇਂ ਉਹ ਬੱਦਲ ਸਾਰੇ ਛੱਡ ਜਾਂਦੇ ਆ, ਫਿਰ ਸਭ ਕੁਝ ਪਿਘਲਦਾ ਹੈ, ਫਿਰ ਦੁਬਾਰਾ ਜੰਮਦਾ ਹੈ। ਇਦਾਂ ਕਰਕੇ ਇਦਾਂ ਪੂਰਾ ਸਾਈਕਲ ਚੱਲਦਾ ਹੈ। ਤਾਂ ਅੱਜ ਆਪਾਂ ਜਿਹੜੇ ਸਾਈਕਲ 'ਚ ਘੁੰਮ ਰਹੇ ਹਾਂ, ਤੀਜਾ ਸਾਈਕਲ ਚੱਲ ਰਿਹਾ, ਜਦੋਂ ਹਜੇ ਧਰਤੀ ਹਜੇ ਗਰਮ ਹੋ ਰਹੀ ਹੈ। ਇਦਾਂ ਨਹੀਂ ਹੈ ਕਿ ਇਨਸਾਨਾਂ ਦਾ ਫਿਰ ਕੋਈ ਰੋਲ ਨਹੀਂ ਹੈ, ਇਨਸਾਨਾਂ ਨੇ ਇਹਦੀ ਬਸ ਹੈ, ਠੀਕ ਹੈ। ਤਾਂ ਆਪਣੀ ਗਲਤੀ ਬਸ ਇੱਥੇ ਹੈ ਕਿ ਆਪਾਂ ਜਿੰਨਾ ਪੋਲਿਊਸ਼ਨ ਕਰ ਰਹੇ ਹਾਂ, ਧਰਤੀ ਹੋਰ ਤੇਜ਼ੀ ਨਾਲ ਗਰਮ ਹੋਣ ਲੱਗ ਗਈ ਹੈ। ਤਾਂ ਹੁਣ ਜਦੋਂ ਆਹ ਤੁਹਾਡੀ ਧਰਤੀ ਗਰਮ ਹੁੰਦੀ ਜਾ ਰਹੀ ਸੀ, ਇਹਦੇ ਨਾਲ ਹੋਇਆ ਕਿ ਆਪਣੇ ਜਿਹੜੇ ਗਲੇਸ਼ੀਅਰ ਹੈ ਆਪਣੇ, ਕਿਉਂਕਿ ਇੰਡਸ ਤੇ ਇੰਡਸ ਦੀਆਂ ਜਿੰਨੀਆਂ ਵੀ ਨਦੀਆਂ, ਇਹ ਪਹਾੜਾਂ ਤੋਂ ਸਾਰਾ ਪਾਣੀ ਲੈ ਕੇ ਆਉਂਦੀਆਂ, ਉੱਥੇ ਗਲੇਸ਼ੀਅਰ ਪਿਘਲਣੇ ਸ਼ੁਰੂ ਹੋਏ। ਗਲੇਸ਼ੀਅਰ ਦੇ ਕਾਰਨ ਪਾਣੀ ਵਧਿਆ, ਉਸ ਪਾਣੀ ਦੇ ਕਾਰਨ ਇਹ ਨਦੀਆਂ ਦੇ ਅੰਦਰ ਥੋੜੇ ਹੜ੍ਹ ਆਉਣ ਲੱਗ ਗਏ, ਕਿਉਂਕਿ ਇਹਨਾਂ ਦੇ ਸ਼ਹਿਰ ਬਿਲਕੁਲ ਹੀ ਨਾਲ ਬਣੇ ਹੋਏ ਸੀ। ਇਹਨਾਂ ਸ਼ਹਿਰਾਂ ਦੇ ਅੰਦਰ ਵੀ ਪਾਣੀ ਆਉਣ ਲੱਗ ਗਿਆ, ਤੇ ਇਸ ਕਾਰਨ ਹਰ ਸਾਲ ਹੜ੍ਹਾਂ ਤੋਂ ਹੜ੍ਹ ਜਿਹੜੇ ਲਗਾਤਾਰ ਹੀ ਆਈ ਜਾ ਰਹੇ ਸੀ, ਇਹ ਤੋਂ ਤੰਗ ਆ ਕੇ ਲੋਕੀ ਇੱਥੋਂ ਦੀ ਸ਼ਹਿਰਾਂ ਨੂੰ ਖਾਲੀ ਕਰਕੇ ਇੱਥੋਂ ਦੂਰ ਜਾਣ ਲੱਗ ਗਏ, ਠੀਕ ਹੈ। ਕਿਉਂਕਿ ਵਾਰੀ-ਵਾਰੀ ਸੇਮ ਜਗ੍ਹਾ ਤੇ ਜੇ ਹਰ ਸਾਲ ਹੀ ਹੜ੍ਹ ਆ ਰਹੇ ਆ, ਸੇਮ ਜਗ੍ਹਾ ਤੇ ਲਾਈਫ ਸ਼ੁਰੂ ਕਰਨੀ, ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਨੀ ਬਹੁਤ ਹੀ ਔਖੀ ਹੁੰਦੀ ਜਾ ਰਹੀ ਸੀ ਅਗਲਿਆਂ ਲਈ, ਤੇ ਇਸ ਕਾਰਨ ਉਹ ਉੱਥੋਂ ਦੀ ਸ਼ਹਿਰਾਂ ਤੋਂ ਦੂਰ ਹੀ ਜਾਣ ਲੱਗ ਗਏ। ਦੂਜੀ ਚੀਜ਼ ਹੜ੍ਹਾਂ ਦੇ, ਜਿਵੇਂ ਆਪਣੇ ਗੁਜਰਾਤ ਵਿੱਚ ਆਪਾਂ ਲੋਥਲ ਸ਼ਹਿਰ ਬਾਰੇ ਪੜ੍ਹਿਆ ਸੀ। ਦੇਖੋ, ਲੋਥਲ ਇੱਕ ਇਦਾਂ ਦੀ ਸ਼ਹਿਰ ਸੀ ਜਿੱਥੇ ਬੰਦਰਗਾਹ ਸੀ, ਸਮੁੰਦਰ ਤੋਂ ਵਪਾਰ ਹੁੰਦਾ ਸੀ ਉੱਥੇ। ਹੁਣ ਜਿਵੇਂ ਜਿਵੇਂ ਸਾਰੀ ਦੁਨੀਆ ਵਿੱਚ ਬਰਫ਼ ਪਿਘਲੂਗੀ, ਸਮੁੰਦਰ ਦਾ ਵੀ ਤਾਂ ਪਾਣੀ ਵਧੂਗਾ। ਜਿਵੇਂ ਜਿਵੇਂ ਸਮੁੰਦਰਾਂ ਦਾ ਪਾਣੀ ਵਧਿਆ, ਸਮੁੰਦਰਾਂ ਦਾ ਪਾਣੀ ਵੀ ਲੋਥਲ ਵਰਗੇ ਸ਼ਹਿਰਾਂ 'ਚ ਆਪਾਂ ਨੂੰ ਸਬੂਤ ਮਿਲੇ ਨਾ, ਲੱਕੜ ਦੇ ਬੈਰੀਅਰ ਬਣਾਈ ਜਾ ਰਹੇ ਸੀ ਸਮੁੰਦਰ ਵੱਲ ਨੂੰ, ਜਿਹਦੇ ਨਾਲ ਉਹ ਸਮੁੰਦਰ ਦਾ ਪਾਣੀ ਰੋਕ ਸਕਣ। ਪਰ ਇੱਕ ਤਾਂ ਲੱਕੜ ਕੋਈ ਕਾਮਯਾਬ ਬੈਰੀਅਰ ਨਹੀਂ ਬਣਾਉਂਦੀ, ਉਹ ਲੱਕੜ ਵਾਰ-ਵਾਰ ਟੁੱਟਦੀ ਰਹਿੰਦੀ ਸੀ। ਦੂਜਾ, ਪਾਣੀ ਫੇਰ ਸ਼ਹਿਰਾਂ ਦੇ ਅੰਦਰ ਆਉਂਦਾ ਰਹਿੰਦਾ ਸੀ। ਇਸ ਕਾਰਨ ਲੋਥਲ ਸ਼ਹਿਰ ਦੇ ਲੋਕ ਵੀ, ਨਿਵਾਸੀ ਵੀ ਉਹਨੂੰ ਖਾਲੀ ਕਰਕੇ ਚਲੇ ਗਏ। ਅੱਜ ਵੀ ਲੋਥਲ ਸਾਈਡ ਤੁਸੀਂ ਜਾ ਸਕਦੇ ਹੋ, ਉੱਥੇ ਓਪਨ ਹੈ, ਪਰ ਤੁਸੀਂ ਜਾਓਗੇ ਤਾਂ ਦੇਖੋਗੇ ਉੱਥੇ ਸਾਰਾ ਦਾ ਸਾਰਾ ਰਸਤਾ ਡੁੱਬਿਆ ਹੀ ਪਿਆ, ਮਤਲਬ ਜਾਣ ਨੂੰ ਰਸਤਾ ਹੈਗਾ, ਪਰ ਪਾਣੀ ਕਾਫੀ ਅੱਗੇ ਤੱਕ ਆਇਆ ਹੋਇਆ ਹੀ ਪਿਆ। ਉੱਥੇ ਹੌਲੀ ਹੌਲੀ ਪਾਣੀ ਸਮੁੰਦਰ ਦਾ ਅੰਦਰ ਆ ਗਿਆ ਸੀ, ਇਸ ਕਾਰਨ ਲੋਕਾਂ ਨੂੰ ਸ਼ਹਿਰ ਖਾਲੀ ਕਰਕੇ ਜਾਣਾ ਪਿਆ। ਜਲਵਾਯੂ ਪਰਿਵਰਤਨ ਨਾਲ ਹੋਰ ਚੀਜ਼ਾਂ ਵੀ ਹੋਈਆਂ। ਕਈ ਵਾਰੀ ਨਦੀ ਨੇ ਆਪਣਾ ਰਸਤਾ ਹੀ ਬਦਲ ਲਿਆ। ਮੰਨ ਲਓ ਕਿ ਆਹ ਜਿਹੜੀ ਨਦੀ ਆ, ਜਿਹੜੇ ਸ਼ਹਿਰ ਇੱਥੇ ਵਸੇ ਹੋਏ ਆ ਸਾਰੇ, ਇਸ ਕੋਈ ਅੱਗੇ ਟ੍ਰਿਬਿਊਟਰੀ, ਇਹਦੇ ਸਹਾਰੇ ਸਾਰੇ ਸ਼ਹਿਰ ਹੈ। ਜੇ ਇਹ ਨਦੀ ਇੱਥੋਂ ਵਗਣੀ ਬੰਦ ਹੋ ਗਈ, ਠੀਕ ਹੈ, ਇੱਥੇ ਕਿਤੇ ਚਲੀ ਗਈ ਹੈ, ਤਾਂ ਆਹ ਜਿੰਨੇ ਸ਼ਹਿਰ ਬਿਲਕੁਲ ਨਦੀ ਦੇ ਨਾਲ ਵਸੇ ਸੀ, ਇੱਥੇ ਜਿੰਨਾ ਇਹਨਾਂ ਦੀ ਖੇਤੀਬਾੜੀ ਸਭ ਕੁਝ, ਕਿਉਂਕਿ ਪਾਣੀ ਤੇ ਨਦੀਆਂ ਤੋਂ ਲੈਂਦੇ ਸੀ, ਉਹ ਸਭ ਕੁਝ ਹੀ ਫੇਲ ਹੋ ਜਾਊਗਾ। ਇਸ ਕਾਰਨ ਇਹਨਾਂ ਨੂੰ ਆਹ ਸ਼ਹਿਰ ਵੀ ਖਾਲੀ ਕਰਕੇ ਇੱਥੋਂ ਜਾਣਾ ਪਿਆ, ਕਿਉਂਕਿ ਉਸ ਤੋਂ ਬਾਅਦ ਉਹ ਉੱਥੇ ਕਰ ਵੀ ਕੀ ਸਕਦੇ ਸੀ, ਠੀਕ ਹੈ। ਤੇ
ਇਹ ਵੀ ਮੰਨਿਆ ਜਾਂਦਾ ਕਿ ਦੇਖੋ ਸੀ ਅੱਜ ਤੱਕ ਕੋਈ ਫਿਕਸ ਥਿਊਰੀ ਨਹੀਂ ਹੈ, ਪੱਕੀ ਚੀਜ਼ ਨਹੀਂ ਹੈ ਕਿ ਕਿੱਦਾਂ ਹੋਇਆ ਕਿ ਤੁਹਾਡੀ ਸਿੰਧੂ ਘਾਟੀ ਸਭਿਅਤਾ ਖਤਮ ਕਿੱਦਾਂ ਹੋ ਗਈ। ਸਾਰੀਆਂ ਥਿਊਰੀਆਂ ਹੈ ਕਿ ਇਦਾਂ ਹੋਇਆ ਹੋ ਸਕਦਾ, ਇਦਾਂ ਹੋਇਆ ਹੋ ਸਕਦਾ। ਆਖਰੀ ਜਿਹੜੀ ਥਿਊਰੀ ਹੈ ਉਹ ਇਹ ਮੰਨਿਆ ਜਾਂਦਾ ਹੈ ਕਿ ਬਾਹਰੋਂ ਦੀ ਤੁਹਾਡੇ ਇਹਨਾਂ ਉੱਤੇ ਹਮਲਾ ਹੋ ਗਿਆ ਸੀ। ਠੀਕ ਹੈ, ਇਹਨਾਂ ਨੇ ਹਮਲਾ ਕੀਤਾ ਸੀ ਆਰੀਅਨਸ ਨੇ। ਆਰੀਅਨਸ ਕੌਣ ਸੀਗੇ? ਦੇਖੋ ਆਰੀਅਨਸ ਇਹ ਨਹੀਂ ਪਤਾ ਕਿ ਆਏ ਕਿੱਥੋਂ ਸੀ, ਇਹਦੇ ਬਹੁਤ ਸਾਰੀ ਕੰਟਰੋਵਰਸੀ ਹੈ ਕਿ ਆਰੀਅਨ ਸੀਗੇ ਕੌਣ। ਕਈ ਲੋਕ ਕਹਿੰਦੇ ਆ ਕਿ ਜਿਹੜੇ ਤੁਹਾਡੇ ਅੱਜ ਰਸ਼ੀਆ ਤੇ ਜਾਰਜੀਆ ਇੱਕ ਦੇਸ਼ ਹੈ, ਰੂਸ ਤੇ ਜਾਰਜੀਆ, ਉੱਥੇ ਵਿੱਚ ਇੱਕ ਪਹਾੜ ਪੈਂਦੇ ਆ ਕਾਕਸ ਦੇ ਪਹਾੜ। ਠੀਕ ਹੈ, ਤੁਸੀਂ ਦੁਨੀਆ ਦਾ ਨਕਸ਼ਾ ਦੇਖੋਗੇ, ਫਿਜ਼ੀਕਲ ਮੈਪ ਦੇਖੋਗੇ, ਨਹੀਂ ਤਾਂ ਤੁਸੀਂ ਵੈਸੇ ਗੂਗਲ ਤੇ ਸਰਚ ਕਰਕੇ ਦੇਖ ਸਕਦੇ ਹੋ। ਕਾਕਸ ਦੇ ਪਹਾੜ ਜਿਹੜੇ ਸੀ, ਕਈ ਲੋਕ ਕਹਿੰਦੇ ਜਿਹੜੇ ਕਾਕਸ ਦੇ ਪਹਾੜ ਆ ਉੱਥੋਂ ਦੀ ਉਹ ਚੱਲੇ ਸੀ, ਹੌਲੀ ਹੌਲੀ ਉਹ ਭਾਰਤ ਵੱਲ ਨੂੰ ਆਏ। ਕਈ ਲੋਕ ਕਹਿੰਦੇ ਜਿਵੇਂ ਆਪਣੇ ਬਾਲ ਗੰਗਾਧਰ ਤਿਲਕ ਜਿਹੜੇ ਆਪਣੇ ਫਰੀडम ਫਾਈਟਰ ਰਹੇ ਆ, ਉਹਨਾਂ ਦਾ ਕਹਿਣਾ ਸੀ ਆਰਟਿਕ ਦੇ ਏਰੀਆ, ਜਿਹੜਾ ਰਸ਼ੀਆ ਦਾ ਬਿਲਕੁਲ ਉੱਤੇ ਵਾਲਾ ਇਲਾਕਾ, ਬਰਫ਼ ਵਾਲਾ ਇਲਾਕਾ, ਇਹ ਉਧਰੋਂ ਦੀ ਆਏ ਆ। ਕਈ ਕਹਿੰਦੇ ਸੈਂਟਰਲ ਏਸ਼ੀਆ, ਕੋਈ ਫਿਕਸ ਚੀਜ਼ ਨਹੀਂ ਹੈ ਆਏ ਕਿੱਥੋਂ ਸੀ। ਪਰ ਇੱਕ ਥਿਊਰੀ ਹੈ ਕਿ ਇਹ ਜਦੋਂ ਭਾਰਤ ਵੱਲ ਨੂੰ ਆਏ, ਜੇ ਬਾਹਰੋਂ ਆਏ ਸੀ, ਠੀਕ ਹੈ, ਇਹ ਜਿਹੜੇ ਬਾਹਰੋਂ ਲੋਕ ਆਏ, ਇਹਨਾਂ ਨੇ ਆ ਕੇ ਸਿੰਧੂ ਘਾਟੀ ਸਭਿਅਤਾ ਦੇ ਸ਼ਹਿਰ ਦੇਖੇ ਤੇ ਇਹਨਾਂ ਨੇ ਲੁੱਟ ਮਚਾਉਣ ਲਈ ਇਹਦੇ ਉੱਤੇ ਹਮਲਾ ਕਰਤਾ। ਕਿਉਂਕਿ ਸਿੰਧੂ ਘਾਟੀ ਸਭਿਅਤਾ ਵਾਲਿਆਂ ਕੋਲੇ ਨਾ ਹੀ ਕੋਈ ਲੋਹੇ ਦੀ ਨੌਲੇਜ ਸੀਗੀ, ਨਾ ਹੀ ਉਹਨਾਂ ਕੋਲੇ ਘੋੜਿਆਂ ਦੀ ਕੋਈ ਨੌਲੇਜ ਸੀ। ਦੇਖੋ ਆਪਾਂ ਨੂੰ ਪੂਰੇ ਸਿੰਧੂ ਘਾਟੀ ਸਭਿਅਤਾ ਵਿੱਚ, ਪੂਰੇ ਸਾਰੇ ਸ਼ਹਿਰਾਂ ਵਿੱਚ ਸਿਰਫ ਅੱਜ ਤੱਕ ਇੱਕ ਘੋੜੇ ਦੇ ਸ਼ਵ ਮਿਲੇ ਆ, ਇੱਕ ਘੋੜਾ ਆਪਾਂ ਨੂੰ ਦਫਨਾਇਆ ਹੋਇਆ ਮਿਲਿਆ, ਉਹ ਵੀ ਲੋਥਲ ਸ਼ਹਿਰ 'ਚ ਹੀ ਮਿਲਿਆ, ਜਿਹੜਾ ਆਪਣਾ ਬੰਦਰਗਾਹ ਦਾ ਸ਼ਹਿਰ ਸੀ। ਤਾਂ ਉੱਥੇ ਇਹ ਵੀ ਮੰਨਿਆ ਜਾਂਦਾ, ਕਿਉਂਕਿ ਉਹਦੇ ਮਾਲਿਕ ਦੇ ਨਾਲ ਹੀ ਦਬਾਇਆ ਹੋਇਆ ਘੋੜਾ, ਤੇ ਇਹ ਮੰਨਿਆ ਜਾਂਦਾ ਕਿ ਸ਼ਾਇਦ ਮਾਲਿਕ ਦੀ ਭਾਰਤ ਜਦੋਂ ਆਇਆ ਹੋਇਆ ਸੀ ਆਪਣੀ ਸ਼ਿਪ ਤੇ, ਉਹਦੀ ਭਾਰਤ ਵਿੱਚ ਕਿਤੇ ਡੈਥ ਹੋ ਗਈ ਹੋਣੀ ਹੈ ਤੇ ਉਹਨੂੰ ਉੱਥੇ ਦਫਨਾਤਾ। ਕਿਉਂਕਿ ਹੋਰ ਕਿਤੇ ਵੀ ਆਪਾਂ ਨੂੰ ਘੋੜੇ ਦਾ ਕੋਈ ਨਾ ਫੋਟੋ ਮਿਲੀ ਹੈ ਨਾ ਕੁਝ ਮਿਲਿਆ। ਜਿਵੇਂ ਆਪਾਂ ਨੂੰ ਬਾਕੀ ਸੀਲ ਉੱਤੇ ਸ਼ੇਰ ਕਹਤਾ, ਬਾਗ ਦੀ, ਹਾਥੀ ਦੀ, ਇਹ ਸਾਰਿਆਂ ਦੀ ਆਪਾਂ ਨੂੰ ਫੋਟੋਆਂ ਮਿਲੀਆਂ, ਪਰ ਇਹਦੀ ਆਪਾਂ ਨੂੰ, ਘੋੜੇ ਦੀ ਆਪਾਂ ਨੂੰ ਕਿਤੇ ਕੋਈ ਫੋਟੋ ਬਣੀ ਹੋਈ ਨਹੀਂ ਮਿਲੀ। ਤਾਂ ਭਾਰਤ ਵਿੱਚ ਕਿਉਂਕਿ ਓਰੀਜਨਲੀ ਘੋੜੇ ਪਾਏ ਵੀ ਨਹੀਂ ਜਾਂਦੇ, ਸਾਰੇ ਘੋੜੇ ਬਾਹਰੋਂ ਦੀ ਆਏ ਆ। ਠੀਕ ਹੈ, ਜਿਵੇਂ ਜਿਵੇਂ ਰਾਜੇ ਆਏ ਆ ਉਹ ਆਪਣੇ ਨਾਲ ਘੋੜੇ ਉਹਨਾਂ ਨੇ ਮੰਗਵਾਏ ਆ ਬਾਅਦ 'ਚ। ਘੋੜਾ ਓਰੀਜਨਲੀ ਭਾਰਤ ਵਿੱਚ ਜਾਨਵਰ ਪਾਇਆ ਹੀ ਨਹੀਂ ਜਾਂਦਾ, ਆਪਣੇ ਭਾਰਤ ਦੀ ਇਨਵਾਇਰਨਮੈਂਟ ਨੂੰ ਸੂਟ ਹੀ ਨਹੀਂ ਕਰਦਾ, ਤਾਂ ਹੀ ਘੋੜੇ ਇੱਥੇ ਜੋ ਰਹਿੰਦੇ ਵੀ ਉਹ ਕਮਜ਼ੋਰ ਹੁੰਦੇ ਜਾਂਦੇ ਆ ਓਵਰ ਦਾ ਟਾਈਮ। ਤਾਂ ਇਹ ਜਿਹੜੇ ਆਰੀਅਨ ਸੀਗੇ ਘੋੜਿਆਂ ਤੇ ਆਏ ਸੀ ਤੇ ਨਾਲ ਇਹਨਾਂ ਦੇ ਕੋਲ ਲੋਹੇ ਦੀਆਂ ਤਲਵਾਰਾਂ ਸਭ ਕੁਝ ਸੀ। ਇਹਨਾਂ ਨੇ ਸਿੰਧੂ ਘਾਟੀ ਸਭਿਅਤਾ ਉੱਤੇ ਹਮਲਾ ਕੀਤਾ ਹੋਊਗਾ। ਸਿੰਧੂ ਘਾਟੀ ਸਭਿਅਤਾ ਵਾਲਿਆਂ ਕੋਲੇ ਲੋਹੇ ਦੀ ਨੌਲੇਜ ਨਹੀਂ ਸੀ ਤਾਂ ਉਹ ਚੰਗੇ ਹਥਿਆਰ ਨਹੀਂ ਬਣਾ ਪਾਏ, ਉਹ ਨਹੀਂ ਡਿਫੈਂਡ ਕਰ ਪਾਏ ਹੋਣੇ ਤੇ ਉਹਨਾਂ ਨੂੰ ਭੱਜਣ ਤੇ ਮਜਬੂਰ ਕਰਤਾ। ਇਹ ਜਿਹੜੀ ਥਿਊਰੀ ਹੈ, ਇਹਦੇ ਮੁਤਾਬਿਕ ਜਿਹੜੇ ਸਾਊਥ ਇੰਡੀਆ ਦੇ ਲੋਕ ਆ ਭਾਰਤ ਦੇ, ਇਹ ਸਾਰੇ ਦੇ ਸਾਰੇ ਤੁਹਾਡੇ ਓਰੀਜਨਲੀ ਇਹ ਸਿੰਧੂ ਘਾਟੀ ਸਭਿਅਤਾ ਦੇ ਲੋਕ ਸੀ ਤੇ ਇਹੀ ਤੁਹਾਡੇ ਨਾਰਥ ਵੈਸਟ ਇੰਡੀਆ, ਜੋ ਅੱਜ ਪੰਜਾਬ ਪਾਕਿਸਤਾਨ ਦਾ ਇਲਾਕਾ, ਇੱਥੇ ਇਹੀ ਲੋਕ ਰਹਿੰਦੇ ਸੀ। ਠੀਕ ਹੈ, ਜਦੋਂ ਆਰੀਅਨ ਜਿਹੜੇ ਅੱਜ ਨਾਰਥ ਇੰਡੀਆ ਵਿੱਚ ਲੋਕ ਰਹਿੰਦੇ ਆ, ਇਹ ਸਾਰੇ ਬਾਹਰੋਂ ਆਏ ਆ। ਇਹਨਾਂ ਦੇ ਸਭ ਤੋਂ ਜਿਹੜੇ ਪਹਿਲਾਂ ਜਿਹੜੇ ਪੂਰਵਜ ਆਏ ਆਰੀਅਨ, ਸਾਰੇ ਦੇ ਸਾਰੇ ਆਬਵੀਅਸਲੀ ਬਾਅਦ 'ਚ ਵੀ ਆਉਂਦੇ ਰਹੇ ਆ। ਤਾਂ ਆਰੀਅਨ ਜਿਹੜੇ ਸਭ ਤੋਂ ਪਹਿਲਾਂ ਜਦੋਂ ਆਏ, ਉਹਨਾਂ ਨੇ ਹਮਲਾ ਕੀਤਾ, ਇਹਨਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਾਰਤਾ, ਕਈਆਂ ਨੂੰ ਗੁਲਾਮ ਬਣਾਤਾ, ਤੇ ਜਿੰਨੇ ਭੱਜ ਪਾਏ ਉਹ ਸਾਊਥ ਇੰਡੀਆ ਵੱਲ ਨੂੰ ਭੱਜ ਗਏ। ਤੇ ਅੱਜ ਜੋ ਆਪਣੀ ਸਾਊਥ ਇੰਡੀਆ ਵੱਲ ਆਬਾਦੀ ਰਹਿੰਦੀ ਹੈ, ਉਹ ਕਿਤੇ ਨਾ ਕਿਤੇ ਸਿੰਧੂ ਘਾਟੀ ਨਾਲ ਜੁੜੀ ਹੋਈ ਹੈ। ਇੱਕ ਹੋਰ ਥਿਊਰੀ ਵੀ ਹੈ, ਜਿਹੜੀ ਆਪਣਾ ਵੈਦਿਕ ਯੁੱਗ ਸੀ, ਇਹ ਕਹਿੰਦੇ ਇਹ ਜਿਹੜਾ ਵੈਦਿਕ ਯੁੱਗ ਹੈ ਇਹ ਆਰੀਅਨਸ ਨੇ ਹੀ ਵਸਾਇਆ, ਕਿਉਂਕਿ ਆਪਣੇ ਵੇਦਾਂ ਦੇ ਅੰਦਰ ਲਿਖਿਆ ਹੋਇਆ ਹੈ ਕਿ ਇਹਨਾਂ ਨੂੰ ਲਿਖਣ ਵਾਲੇ ਆਪਣੇ ਆਰੀਅਨਸ ਹੈ। ਠੀਕ ਹੈ, ਮਤਲਬ ਜਿਹੜੇ ਵੇਦ ਲਿਖੇ ਉਹ ਆਰੀਅਨਸ ਦੇ ਦੁਆਰਾ ਲਿਖੇ ਗਏ ਆ। ਤੇ ਇੱਕ ਹੋਰ ਥਿਊਰੀ ਵੀ ਹੈ, ਉਹ ਥਿਊਰੀ ਇਹ ਕਹਿੰਦੀ ਹੈ ਕਿ ਦੇਖੋ ਜਿਹੜੇ ਆਰੀਅਨ ਸੀਗੇ ਉਹ ਸਿੰਧੂ ਘਾਟੀ ਦੇ ਲੋਕ ਹੀ ਸੀਗੇ, ਪਰ ਜਦੋਂ ਸ਼ਹਿਰਾਂ ਨੂੰ ਮੇਨਟੇਨ ਕਰਨਾ ਮਹਿੰਗਾ ਪੈਣ ਲੱਗ ਗਿਆ, ਸਾਰੀ ਚੀਜ਼ਾਂ ਦੇ ਕਾਰਨ ਸ਼ਹਿਰਾਂ ਨੂੰ ਮੇਨਟੇਨ ਕਰਨਾ ਮਹਿੰਗਾ ਪੈਣ ਲੱਗ ਗਿਆ ਕਿ ਹੜ੍ਹ ਆਈ ਜਾ ਰਹੇ ਆ, ਫਸਲ ਬਰਬਾਦ ਹੋਈ ਜਾ ਰਹੀ ਹੈ, ਲੋਕਾਂ ਨੇ ਸ਼ਹਿਰਾਂ ਨੂੰ ਛੱਡ ਕੇ ਇੱਕ ਛੋਟੇ ਛੋਟੇ ਪਿੰਡਾਂ ਵਿੱਚ ਰਹਿਣਾ ਸ਼ੁਰੂ ਕਰਤਾ, ਛੋਟੇ ਛੋਟੇ ਆਪਣੇ ਕਬੀਲੇ ਬਣਾਉਣੇ ਸ਼ੁਰੂ ਕਰ ਲਏ, ਛੋਟੇ ਛੋਟੇ ਟ੍ਰਾਈਬਸ ਵਿੱਚ ਰਹਿਣ ਲੱਗ ਗਏ ਤੇ ਉਹਨਾਂ ਨੇ ਆਪਣੇ ਪਿੰਡ ਬਣਾਉਣੇ ਸ਼ੁਰੂ ਕਰ ਲਏ ਆ। ਤੇ ਇਸੇ ਕਾਰਨ ਉਹੀ ਲੋਕ ਆਰੀਅਨ ਸੀਗੇ। ਤਾਂ ਕੋਈ ਬਾਹਰੋਂ ਇਨਵੇਜਨ ਨਹੀਂ ਹੋਈ, ਬਾਅਦ 'ਚ ਆਪਾਂ ਨੂੰ ਲੋਹੇ ਦੀ ਨੌਲੇਜ ਵੀ ਆ ਗਈ ਹੋਗੀ, ਸਭ ਕੁਝ ਆ ਗਈ ਹੋਗੀ, ਬਸ ਆਪਾਂ ਨੂੰ ਸ਼ਹਿਰ ਮੇਨਟੇਨ ਕਰਨੇ ਮਹਿੰਗੇ ਪੈ ਰਹੇ ਸੀ ਤਾਂ ਲੋਕਾਂ ਨੇ ਪਿੰਡਾਂ 'ਚ ਰਹਿਣਾ ਸ਼ੁਰੂ ਕੀਤਾ। ਠੀਕ ਹੈ, ਅੱਜ ਵੀ ਜੇ ਮੈਂ ਗੱਲ ਕਰਾਂ, ਸ਼ਹਿਰਾਂ ਨੂੰ ਮੇਨਟੇਨ ਕਰਨਾ ਹਮੇਸ਼ਾ ਹੀ ਮਹਿੰਗਾ ਪਊਗਾ, ਕਿਉਂਕਿ ਸਾਰੀ ਫੈਸਿਲਿਟੀਜ਼ ਮੇਨਟੇਨ ਕਰਨੀਆਂ ਔਖੀਆਂ,
ਪਿੰਡਾਂ ਨੂੰ ਮੇਨਟੇਨ ਕਰਨਾ ਤਾਂ ਵੀ ਸੌਖਾ ਪੈਂਦਾ ਉਹ ਤੋਂ, ਠੀਕ ਹੈ। ਇਸੇ ਲਈ ਤਾਂ ਇਹ ਸਾਰੀ ਕੰਟਰੋਵਰਸੀ ਹੈ ਕਿ ਕਿੱਦਾਂ ਤੁਹਾਡੀ ਸਿੰਧੂ ਘਾਟੀ ਸਭਿਅਤਾ ਖਤਮ ਹੋਈ ਤੇ ਤੁਹਾਡਾ ਵੈਦਿਕ ਯੁੱਗ ਕਿੱਦਾਂ ਸ਼ੁਰੂ ਹੋਇਆ, ਇਹਦੇ ਉੱਤੇ ਥੋੜੀ ਜਿਹੀ ਕੰਟਰੋਵਰਸੀ ਹੈ। ਇਸ ਲਈ ਵੀ ਮੰਨਿਆ ਜਾਂਦਾ ਕਿ ਇਹ ਸ਼ਾਇਦ ਸੇਮ ਲੋਕ ਹੀ ਹੋਣ, ਕਿਉਂਕਿ ਜਿਹੜਾ ਵੈਦਿਕ ਯੁੱਗ ਦੀ ਸ਼ੁਰੂਆਤ ਸੀ ਨਾ, ਇਹ ਵੀ ਭਾਰਤ ਦੇ ਨਾਰਥ ਵੈਸਟ ਏਰੀਆ ਵਿੱਚ ਹੀ ਹੋਈ, ਜਿਹੜਾ ਪੰਜਾਬ ਪਾਕਿਸਤਾਨ ਇਹ ਵਾਲਾ ਸਾਰਾ ਏਰੀਆ, ਇੱਥੇ ਹੀ ਇਹਦੀ ਸ਼ੁਰੂਆਤ ਹੋਈ। ਇਦੋਂ ਅੱਗੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਗੰਗਾ ਯਮੁਨਾ ਦਾ ਏਰੀਆ ਸੀ, ਇੰਡਸ ਵੈਲੀ ਵਾਲੇ, ਕਦੀ ਸਿੰਧੂ ਘਾਟੀ ਵਾਲੇ, ਇਹ ਤੋਂ ਅੱਗੇ ਨਹੀਂ ਜਾ ਪਾਏ ਕਿਉਂਕਿ ਇੱਥੇ ਜੰਗਲ ਹੀ ਜੰਗਲ ਸੀ। ਜੰਗਲ ਕੱਟਣ ਲਈ ਲੋਹੇ ਦੀ ਤੁਹਾਨੂੰ ਲੋੜ ਹੈ, ਉਹਦੇ ਨਾਲ ਹੀ ਕੁਲਾੜੀ ਬਣਾਓਗੇ ਤਾਂ ਹੀ ਅੱਗੇ ਕੱਟ ਸਕਦੇ ਹੋ। ਤਾਂ ਸ਼ੁਰੂਆਤ ਜਦੋਂ ਵੈਦਿਕ ਯੁੱਗ ਦੀ ਹੋਈ ਆ, ਉਹ ਵੀ ਇੱਥੇ ਹੀ ਆ ਕੇ ਰਹਿਣ ਲੱਗੇ ਆ। ਬਸ ਉਹਨਾਂ ਨੇ ਖੇਤੀਬਾੜੀ ਦੀ ਜਗ੍ਹਾ ਪਸ਼ੂ ਰੱਖੇ ਹੋਏ ਸੀ, ਪਸ਼ੂਆਂ ਤੇ ਜੋ ਵੀ ਚੀਜ਼, ਜਿਵੇਂ ਗਾਵਾਂ ਰੱਖ ਲਈਆਂ, ਗਾਵਾਂ ਤੋਂ ਦੁੱਧ ਆਇਆ, ਉਹ ਤੋਂ ਦਹੀਂ ਮੱਖਣ, ਇਹ ਸਭ ਕੁਝ ਜੋ ਬਣਾਇਆ ਉਹ ਖੁਦ ਕੰਜ਼ਿਊਮ ਕਰਕੇ ਉਹ ਤੇ ਜ਼ਿੰਦਾ ਰਹਿੰਦੇ ਸੀ। ਇਹ ਤੇ ਹੀ ਇਹਨਾਂ ਦਾ ਸਾਰਾ ਦਾ ਸਾਰਾ ਰੋਜ਼ਗਾਰ ਸੀ ਸਟਾਰਟਿੰਗ ਵਿੱਚ, ਠੀਕ ਹੈ। ਤਾਂ ਚਾਹੇ ਹੁਣੇ ਬਾਹਰੋਂ ਆਏ ਆ, ਚਾਹੇ ਭਾਰਤ ਦੇ ਅੰਦਰ ਸੀ, ਇਹਨਾਂ ਦਾ ਇੰਨੀ ਕੁ ਓਪਨ ਇਨਫੋਰਮੇਸ਼ਨ ਹੈ। ਹੁਣ ਵੈਦਿਕ ਯੁੱਗ ਨੂੰ ਅੱਗੇ ਪੜ੍ਹਨ ਤੋਂ ਪਹਿਲਾਂ ਦੋ ਚੀਜ਼ਾਂ ਬਾਰੇ ਜਾਣਨਾ ਜ਼ਰੂਰੀ ਹੈ। ਸ਼ਰੂਤੀ ਦਾ ਕੀ ਮਤਲਬ ਹੁੰਦਾ ਤੇ ਸਮ੍ਰਿਤੀ ਦਾ ਕੀ ਮਤਲਬ ਹੁੰਦਾ। ਦੇਖੋ, ਸ਼ਰੂਤੀ ਦਾ ਆਪਣੇ ਆਪ ਦਾ ਮਤਲਬ ਹੁੰਦਾ ਜੋ ਸੁਣਿਆ ਗਿਆ, ਸਮ੍ਰਿਤੀ ਦਾ ਆਪਣੇ ਆਪ ਦਾ ਮਤਲਬ ਹੁੰਦਾ ਜੋ ਲਿਖਿਆ ਗਿਆ, ਠੀਕ ਹੈ, ਯਾਦ ਕੀਤਾ ਗਿਆ ਜਾਂ ਲਿਖਿਆ ਗਿਆ। ਦੇਖੋ ਹੁਣ ਇਹ ਦੋਨਾਂ ਵਿੱਚ ਕੀ ਫਰਕ ਆ। ਜਦੋਂ ਸਟਾਰਟਿੰਗ ਵਿੱਚ ਵੇਦ ਦਾ ਜਿਹੜਾ ਯੁੱਗ ਸ਼ੁਰੂ ਹੋਇਆ, ਜਦੋਂ ਵੇਦ ਸਾਰੇ ਲਿਖੇ ਗਏ ਆ, ਇਸ ਟਾਈਮ ਤੇ ਸਾਰੀਆਂ ਚੀਜ਼ਾਂ ਲਿਖੀਆਂ ਨਹੀਂ ਗਈਆਂ ਸੀ। ਜਦੋਂ ਵੇਦ ਦੀ ਸ਼ੁਰੂਆਤ ਹੋਈ ਹੈ, ਵੇਦ ਸਟਾਰਟਿੰਗ 'ਚ ਲਿਖੇ ਨਹੀਂ ਗਏ ਸੀ। ਵੇਦ ਸਟਾਰਟਿੰਗ ਜਿਹੜਾ ਗੁਰੂ ਹੁੰਦਾ ਸੀ, ਗੁਰੂ ਆਪਣੇ ਸਾਰੇ ਸ਼ਿਸ਼ਿਆਂ ਨੂੰ ਬੋਲ ਬੋਲ ਕੇ ਸੁਣਾਉਂਦਾ ਸੀ। ਸ਼ਿਸ਼ਿਆਂ ਦਾ ਕੰਮ ਹੁੰਦਾ ਸੀ ਉਹਨੂੰ ਯਾਦ ਕਰਨਾ ਤੇ ਵਾਪਸ ਰਿਪੀਟ ਕਰਨਾ, ਠੀਕ ਹੈ। ਬਹੁਤ ਬਾਅਦ ਵਿੱਚ ਜਾ ਕੇ ਥੋੜੇ ਵੇਦ ਲਿਖੇ ਗਏ, ਜਦੋਂ ਲਿਖੇ ਗਏ ਉਹਨਾਂ ਨੂੰ ਆਪਾਂ ਸਮ੍ਰਿਤੀ ਕਹਿੰਦੇ ਹਾਂ, ਜਦੋਂ ਉਹਨਾਂ ਨੂੰ ਯਾਦ ਕੀਤੇ ਜਾਂਦੇ ਸੀ ਉਹਨਾਂ ਨੂੰ ਆਪਾਂ ਸ਼ਰੂਤੀ ਕਹਿੰਦੇ ਹਾਂ। ਇਹ ਦੋ ਚੀਜ਼ਾਂ ਆਪਾਂ ਯਾਦ ਰੱਖਣੀਆਂ। ਹੁਣ ਸਭ ਤੋਂ ਮਹੱਤਵਪੂਰਨ ਕਿਤਾਬਾਂ ਕਿਹੜੀਆਂ ਸੀਗੀਆਂ ਤੁਹਾਡੀਆਂ ਵੈਦਿਕ ਯੁੱਗ ਦੀਆਂ, ਇੱਕ ਵਾਰੀ ਇਹਦੇ ਬਾਰੇ ਵੀ ਪੜ੍ਹ ਲਈਏ। ਸਭ ਤੋਂ ਪਹਿਲਾਂ ਤੁਹਾਡੇ 4 ਵੇਦ, ਤੁਹਾਡਾ ਰਿਗਵੇਦ, ਤੁਹਾਡੇ 4 ਵੇਦ ਲਿਖੇ ਗਏ, ਇਹਨਾਂ ਬਾਰੇ ਅੱਗੇ ਜਾ ਕੇ ਵੀ ਦੱਸਦਾ। ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ, 4 ਤੁਹਾਡੇ ਵੇਦ ਲਿਖੇ ਗਏ ਸੀ। ਤੁਹਾਡੀ ਵੈਦਿਕ ਸਾਰੀ ਸਾਰੀ ਏਜ ਇਸੇ ਉੱਤੇ ਆ। ਦੂਜਾ ਹੈਗਾ ਤੁਹਾਡੇ ਬ੍ਰਾਹਮਣ। ਇਹ ਬ੍ਰਾਹਮਣ ਕਿਹੜੀਆਂ ਕਿਤਾਬਾਂ ਸੀਗੀਆਂ? ਦੇਖੋ, ਬ੍ਰਾਹਮਣ ਨਾ ਤੁਹਾਡੇ ਵੇਦਾਂ ਨਾਲ ਹੀ ਜੁੜੀਆਂ ਹੋਈਆਂ। ਹੋਇਆ ਕੀ ਸੀ, ਬ੍ਰਾਹਮਣ ਦੇ ਅੰਦਰ ਜਿੰਨੇ ਵੀ ਵੇਦਾਂ ਦੇ ਅੰਦਰ ਜਿੰਨਾ ਟੈਕਸਟ ਲਿਖਿਆ ਹੋਇਆ, ਜਿੰਨੀਆਂ ਚੀਜ਼ਾਂ ਲਿਖੀਆਂ ਹੋਈਆਂ, ਉਹਨਾਂ ਦੀ ਇੱਕ ਤਰੀਕੇ ਨਾਲ ਸਾਰੇ ਦੀ ਸਾਰੇ ਦਾ ਮਤਲਬ ਕੀ ਹੋਊਗਾ, ਮਤਲਬ ਇਸ ਲਾਈਨ ਦਾ ਮਤਲਬ ਕੀ ਹੈ, ਠੀਕ ਹੈ। ਤੇ ਇਸ ਲਾਈਨ ਦੇ ਨਾਲ ਜੇ ਕੋਈ ਸੈਰੇਮਨੀ ਕਰਨੀ ਹੈ, ਕੋਈ ਰਿਚੁਅਲ ਕਰਨਾ ਹੈ ਇਹਨੂੰ ਪੜ੍ਹਦੇ ਹੋਏ, ਤਾਂ ਕੀ ਕਰਨਾ ਹੈ, ਉਹ ਸਭ ਕੁਝ ਉਹਦੇ ਉੱਤੇ ਲਿਖਿਆ ਹੋਇਆ, ਉਹ ਬ੍ਰਾਹਮਣ ਦੇ ਉੱਤੇ ਲਿਖਿਆ ਹੋਇਆ, ਠੀਕ ਹੈ। ਇਹਦੇ ਇਲਾਵਾ ਇੱਕ ਹੋਰ ਕਿਤਾਬਾਂ ਜਿਹੜੀਆਂ ਸੀਗੀਆਂ, ਤਾਂ ਇਸੇ ਕਾਰਨ ਹਰ ਵੇਦ ਦੇ ਨਾਲ ਮਤਲਬ ਉਹਦਾ ਖੁਦ ਦਾ ਬ੍ਰਾਹਮਣ ਜੁੜਿਆ ਹੋਇਆ, ਠੀਕ ਹੈ। ਰਿਗਵੇਦ ਦੇ ਆਪਣੇ ਖੁਦ ਦੇ ਬ੍ਰਾਹਮਣ ਹੈ, ਠੀਕ ਹੈ। ਸਾਮਵੇਦ ਦੇ ਆਪਣੇ ਖੁਦ ਦੇ ਬ੍ਰਾਹਮਣ ਆ, ਉਹਨਾਂ ਦੇ ਮਤਲਬ ਕੀ, ਇਹ ਲਾਈਨਾਂ ਦੇ ਮਤਲਬ ਹੈ, ਇਹਦੇ ਨਾਲ ਕੀ ਕੀ ਸੈਰੇਮਨੀ ਕਰਨੀ ਹੈ, ਉਹ ਸਾਰਾ ਦਾ ਸਾਰਾ ਮਤਲਬ ਇਹਦੇ ਅੰਦਰ ਲਿਖੇ ਹੋਏ ਆ, ਠੀਕ ਹੈ। ਨੈਕਸਟ ਹੈਗੇ ਆ ਅਰਿਯੰਕਮ, ਅਰਿਯੰਕਾ ਕਾਸ। ਅਰਿਯੰਕਾਸ ਕੀ ਹੁੰਦੇ ਆ? ਅਰਿਯੰਕਾਸ ਨੂੰ ਆਪਣੀਆਂ ਜੰਗਲ ਦੀਆਂ ਕਿਤਾਬਾਂ ਵੀ ਬੋਲਿਆ ਜਾਂਦਾ। ਇਹ ਕਿਉਂ ਬੋਲਿਆ ਜਾਂਦਾ? ਕਿਉਂਕਿ ਇਹ ਕਿਤਾਬਾਂ ਸਿਰਫ ਤੇ ਸਿਰਫ ਤੁਹਾਡੇ ਵਣ ਜਿਹੜੇ ਹੈਗੇ ਆ, ਜਿਹੜੇ ਜੰਗਲ ਆ, ਉਹਨਾਂ ਦੇ ਅੰਦਰ ਜਾ ਕੇ ਹੀ ਪੜ੍ਹਨੀਆਂ ਹੁੰਦੀਆਂ ਸੀ, ਕਿਉਂਕਿ ਇਹਨਾਂ ਦੇ ਅੰਦਰ ਬਹੁਤ ਸਾਰੀ ਸੈਰੇਮਨੀਜ਼ ਆ, ਬਹੁਤ ਸਾਰੇ ਰਿਚੁਅਲ ਆ, ਜਿਹੜੇ ਜਿੰਨੀਆਂ ਜੜੀ ਬੂਟੀਆਂ ਤੁਹਾਨੂੰ ਜੰਗਲ 'ਚ ਮਿਲਣਗੀਆਂ ਉਹਨਾਂ ਨਾਲ ਪਰਫਾਰਮ ਕਰਨੇ ਆ, ਤੇ ਕਰਨੀ ਆ, ਤੇ ਨਾਲ ਇਹ ਸਾਰਾ ਕੁਝ ਤੁਹਾਨੂੰ ਜੋ ਵੀ ਇਹਦੇ ਅੰਦਰ ਲਿਖਿਆ ਗਿਆ ਉਹ ਪਰਫਾਰਮ ਕਰਨਾ। ਲਾਸਟ ਹੈਗੇ ਤੁਹਾਡੇ ਉਪਨਿਸ਼ਦ, ਠੀਕ ਹੈ। ਹੁਣ ਜਿਹੜੇ ਉਪਨਿਸ਼ਦ ਹੈ ਤੁਹਾਡੇ ਟੋਟਲ 108 ਉਪਨਿਸ਼ਦ ਹੈ। ਇਹ ਇੱਕ ਤਰੀਕੇ ਨਾਲ ਜਿਹੜਾ ਤੁਹਾਡਾ ਹਿੰਦੂ ਧਰਮ ਆ ਉਹਦੀ ਫਿਲਾਸਫੀ ਇਹੀ ਬਣਦੀ ਹੈ। ਫਿਲਾਸਫੀ ਆ। ਫਿਲਾਸਫੀ ਦਾ ਕੀ ਮਤਲਬ ਹੈ ਕਿ ਦੇਖੋ, ਜਿਹੜੇ ਇਹ ਸਵਾਲ ਹੈ ਕਿ ਬ੍ਰਹਮਾਂਡ ਕਿੱਦਾਂ ਬਣਿਆ, ਮੇਰਾ ਇਸ ਧਰਤੀ ਤੇ ਕੀ ਕੰਮ ਹੈ, ਠੀਕ ਹੈ, ਇਨਸਾਨ ਕਿਉਂ ਬਣੇ, ਇਨਸਾਨਾਂ ਨੂੰ ਦਿਮਾਗ ਹੀ ਕਿਉਂ ਦਿੱਤਾ ਗਿਆ, ਇਦਾਂ ਦੀ ਸਾਰੀ ਚੀਜ਼ ਜਿਹੜੇ ਸਵਾਲ ਹੈ ਉਹ ਸਾਰੀ ਫਿਲਾਸਫੀ ਹੁੰਦੀ ਹੈ, ਜਿਹੜੇ ਇਦਾਂ ਹਰ ਚੀਜ਼ ਨੂੰ ਸਵਾਲ ਲਾਂਚ ਕਰਨਾ, ਉਹ ਸਾਰੀ ਦੀ ਸਾਰੀ ਤੁਹਾਡੇ ਉਪਨਿਸ਼ਦ ਹੈ, ਜਿਹੜੀ ਥੋੜੀ ਸਾਰੀ ਦੀ ਸਾਰੀ
ਭਾਰਤ ਦੀ ਫਿਲਾਸਫੀ ਬਣ ਜਾਂਦੀ ਹੈ, ਹਿੰਦੂ ਧਰਮ ਦੀ ਫਿਲਾਸਫੀ ਬਣ ਜਾਂਦੀ ਹੈ ਕਿ ਕਿਸ ਤਰੀਕੇ ਨਾਲ, ਠੀਕ ਹੈ, ਤੁਹਾਡਾ ਤਿਆਗ ਦਾ ਕੀ ਮਤਲਬ ਹੋਊਗਾ, ਸਰੀਰ ਕਿਉਂ ਬਣਾਇਆ ਗਿਆ, ਤੇ ਸਰੀਰ ਦਾ ਕੀ ਕਿਹੜੀ ਚੀਜ਼ਾਂ ਤੋਂ ਬਣਾਇਆ ਗਿਆ, ਠੀਕ ਹੈ, ਬ੍ਰਹਮਾਂਡ ਕੀ ਹੈ, ਇਹ ਸਾਰੀ ਚੀਜ਼ਾਂ, ਬ੍ਰਹਮਾਂਡ ਕਿਉਂ ਆ, ਕਿੱਦਾਂ ਬਣਿਆ, ਇਹ ਸਭ ਕੁਝ, ਇਹ ਸਾਰੀ ਫਿਲਾਸਫੀ ਹੁੰਦੀ ਹੈ, ਇਹ ਸਾਰੀ ਤੁਹਾਡੀ ਉਪਨਿਸ਼ਦ ਵਿੱਚ ਕਵਰ ਕੀਤੀ ਗਈ ਹੈ। ਹੁਣ ਜਿਹੜੇ ਤੁਹਾਡੇ 4 ਵੇਦਾਂ ਦੀ ਗੱਲ ਕਰੀਏ, ਦੇਖੋ 4 ਵੇਦ ਤੁਹਾਡੇ ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵੇਦ। ਦੇਖੋ ਜਦੋਂ ਆਪਾਂ ਵੈਦਿਕ ਸਾਰੇ ਯੁੱਗ ਵੀ ਪੜ੍ਹਦੇ ਆ ਨਾ, ਆਪਾਂ ਵੈਦਿਕ ਯੁੱਗ ਨੂੰ ਵੀ ਆਪਾਂ 2 ਹਿੱਸਿਆਂ ਵਿੱਚ ਵੰਡਦੇ ਆ। ਇੱਕ ਹੈਗਾ ਤੁਹਾਡਾ ਰਿਗਵੇਦ, ਰਿਗ ਵੈਦਿਕ ਏਜ ਹੈ, ਤੇ ਬਾਕੀ ਸਾਰਿਆਂ ਨੂੰ ਆਪਾਂ ਲੇਟਰ ਬਾਅਦ ਵਿੱਚ ਜਿਹੜੀ ਵੈਦਿਕ ਏਜ ਆਈ ਹੈ ਉਹ 'ਚ ਵੰਡ ਦਿੰਦੇ ਆ। ਇਦਾਂ ਕਿਉਂ? ਜੋ ਸਟਾਰਟਿੰਗ ਵਿੱਚ ਜਦੋਂ ਤੁਹਾਡੇ ਆਰੀਅਨਸ ਆਏ ਸੀ ਨਾ, ਉਹਨਾਂ ਨੇ ਸਿਰਫ ਇੱਕੋ ਵੇਦ ਲਿਖਿਆ ਸੀ, ਉਹ ਸੀਗਾ ਰਿਗਵੇਦ। ਆ ਜਿਹੜੇ ਬਾਕੀ 3 ਵੇਦ ਹੈ ਨਾ, ਇਹ ਬਾਅਦ ਵਿੱਚ ਲਿਖੇ ਗਏ ਆ, ਕਾਫੀ ਟਾਈਮ ਬਾਅਦ ਲਿਖੇ ਗਏ ਆ। ਇਸ ਲਈ ਇਸ ਟਾਈਮ ਤੱਕ ਸਮਾਜ ਵਿੱਚ ਬਹੁਤ ਸਾਰੇ ਬਦਲਾਵ ਵੀ ਆ ਚੁੱਕੇ ਸੀ, ਜਿਵੇਂ ਇਹਨਾਂ ਵਿੱਚ ਵੀ ਤੁਸੀਂ ਫਰਕ ਹੋਣੇ ਮੈਂ ਤੁਹਾਨੂੰ ਦੱਸਦਾ, ਠੀਕ ਹੈ। ਇਹ ਸਭ ਤੋਂ ਪੁਰਾਣਾ ਹੈ, ਠੀਕ ਹੈ। ਇਹਦੇ ਅੰਦਰ ਥੋੜੀ ਦੇਵੀ ਦੇਵਤਾਵਾਂ ਦੀ ਤਾਰੀਫ ਵਿੱਚ ਬਹੁਤ ਸਾਰੇ ਵਾਕ ਲਿਖੇ ਹੋਏ ਆ, ਤੇ ਇਹਨਾਂ ਵਿੱਚ ਜਿੰਨੇ ਵੀ ਇਹ ਵਾਕ ਲਿਖੇ ਹੋਏ ਆ ਤੁਹਾਡੀ ਦੇਵੀ ਦੇਵਤਾ, ਇਹ ਡਾਇਲੌਗ ਦੇ ਤੌਰ ਤੇ, ਜਿਵੇਂ ਆਪਾਂ ਰੱਬ ਨਾਲ ਗੱਲ ਕਰ ਰਹੇ ਹੋਈਏ ਉਸ ਤਰੀਕੇ ਨਾਲ ਲਿਖੇ ਹੋਏ ਆ। ਰਿਗਵੇਦ ਵਿੱਚ 3 ਤੁਹਾਡੇ ਦੇਵਤਾਵਾਂ ਤੇ ਖਾਸ ਕਰ ਫੋਕਸ ਹੈ। ਇੱਕ ਹੈਗਾ ਤੁਹਾਡਾ ਅਗਨੀ, ਠੀਕ ਹੈ, ਜੋ ਅੱਗ ਦਾ ਦੇਵਤਾ ਹੋਇਆ, ਇੰਦਰ ਜੋ ਤੁਹਾਡਾ ਯੋਧਾ ਦੇਵਤਾ ਹੋਇਆ, ਤੇ ਇੱਕ ਸੋਮ, ਸ਼ਰਾਬ ਦੀ ਬੇਸਿਕਲੀ ਵਰਸ਼ਿਪ ਕਰਦੇ ਸੀ, ਉਹਨੂੰ ਸੋਮ ਕਹਿੰਦੇ ਆ। ਤਾਂ ਇਹ 3 ਰੱਬਾਂ ਤੇ ਖਾਸ ਕਰ ਇਹ ਫੋਕਸ ਹੈ, ਠੀਕ ਹੈ। ਇਹਦੇ ਇਲਾਵਾ ਜਿਹੜੀ ਬਾਕੀ 3 ਵੇਦ ਆ, ਸਾਮ ਵੇਦ ਤੁਹਾਡੀ ਇੱਕ ਨਾ ਗੀਤਕਾਰੀ ਦੀ ਇੱਕ ਤਰੀਕੇ ਨਾਲ ਕਿਤਾਬ ਹੈ। ਇਹਦੇ ਅੰਦਰ ਕਿਸ ਤਰੀਕੇ ਨਾਲ ਸਾਰੇ ਦੇ ਸਾਰੇ ਇਹ ਤੁਹਾਡੇ ਭਜਨ ਪੜ੍ਹੇ ਜਾਣੇ ਚਾਹੀਦੇ ਆ, ਕਿੱਦਾਂ ਕੋਈ ਮਿਊਜ਼ਿਕ, ਕਿੱਦਾਂ ਕਦੋਂ ਟੋਨ ਹਾਈ ਕਰਨੀ ਹੈ, ਲੋ ਕਰਨੀ ਹੈ, ਉਹ ਸਾਰੀ ਚੀਜ਼ਾਂ ਸਾਮਵੇਦ। ਤੇ ਇੱਥੇ ਮੰਨਿਆ ਜਾਂਦਾ ਕਿ ਭਾਰਤ ਦੇ ਸੰਗੀਤ ਦੀ ਸ਼ੁਰੂਆਤ ਵੀ ਸਾਮਵੇਦ ਤੋਂ ਹੀ ਹੁੰਦੀ ਹੈ, ਕਿਉਂਕਿ ਸੰਗੀਤ ਇਹੀ ਤਾਂ ਹੈਗਾ ਕਿ ਕਦੋਂ ਉੱਚਾ ਬੋਲਣਾ, ਕਦੋਂ ਨੀਵਾਂ ਬੋਲਣਾ, ਕਦੋਂ ਕੀ ਚੀਜ਼ ਕਿੱਦਾਂ ਸੁਰ ਵਿੱਚ ਲਿਆਣੀ, ਠੀਕ ਹੈ। ਤਾਂ ਸਾਰੇ ਸੁਰ ਸਭ ਕੁਝ ਇਹ ਸਾਮਵੇਦ ਵਿੱਚ ਦਿੱਤੇ ਹੋਏ ਹੈ। ਯਜੁਰਵੇਦ ਦੀ ਗੱਲ ਕਰੀਏ, ਅਗਲੀ ਜਿਹੜੀ ਕਿਤਾਬ ਹੈ, ਯਜੁਰਵੇਦ ਤੁਹਾਡੀ ਇੱਕ ਤਰੀਕੇ ਦੀ ਗਾਈਡ ਬੁੱਕ ਸੀ, ਜਿਹਦੇ ਅੰਦਰ ਜਿੰਨੇ ਵੀ ਤੁਹਾਡੇ ਕੋਈ ਵੀ ਸੈਰੀਮਨੀ ਕਰਨੀ ਹੈ, ਕੋਈ ਵੀ ਰਿਚੁਅਲ ਕਰਨਾ ਹੈ, ਠੀਕ ਹੈ, ਜਿਵੇਂ ਕਿਸ ਦੀ ਬਲੀ ਦੇਣੀ ਹੈ, ਠੀਕ ਹੈ, ਕੋਈ ਵੀ ਹੋਰ ਹਵਨ ਕਰਨਾ ਹੈ, ਕੁਝ ਵੀ ਇਦਾਂ ਦਾ ਕਰਨਾ ਹੈ, ਕਿਸ ਤਰੀਕੇ ਨਾਲ ਕਰਨਾ ਹੈ, ਕੀ ਚੀਜ਼ਾਂ ਕਿਸ ਆਰਡਰ ਵਿੱਚ ਪਾਣੀ ਹੈ, ਨਾਲ ਕੀ ਪੜ੍ਹਨਾ ਹੈ, ਕੀ ਬੋਲਣਾ ਹੈ, ਉਹ ਸਭ ਕੁਝ ਆਹ ਯਜੁਰਵੇਦ ਚ ਲਿਖਿਆ। ਯਜੁਰਵੇਦ ਦੇ ਆਪਣੇ ਖੁਦ ਦੇ 2 ਭਾਗ ਹੈ, ਇੱਕ ਕਾਲਾ ਤੇ ਇੱਕ ਚਿੱਟਾ। ਕਾਲਾ ਆਬਵੀਅਸਲੀ ਪਤਾ ਹੀ ਹੈ, ਕਾਲੇ ਸਾਰੇ ਹਵਨ ਤੇ ਸਾਰੀ ਚੀਜ਼ਾਂ ਦੀ, ਹਵਨ ਵਰਡ ਨਹੀਂ ਹੋਊਗਾ, ਜੋ ਵੀ ਉਹਨੂੰ ਕਹਿੰਦੇ ਆ, ਠੀਕ ਹੈ, ਕਾਲੇ ਜਾਦੂ ਤੇ ਸਾਰੀ ਚੀਜ਼ਾਂ ਦੀ, ਠੀਕ ਹੈ। ਤੇ ਦੂਜਾ ਚਿੱਟਾ, ਜਿਹੜੇ ਬਾਕੀ ਆਮ ਕੋਈ ਵੀ ਤੁਹਾਡੀ ਸੈਰੇਮਨੀ ਹੋਈਆਂ, ਉਹ ਸਾਰਾ ਕੁਝ। ਅਥਰਵੇਦ ਆਖਰੀ ਜਿਹੜੀ ਕਿਤਾਬ ਹੈ, ਇਹਦੇ ਅੰਦਰ ਇਹ ਜਾਦੂ ਟੋਨੇ ਦੀ ਕਿਤਾਬ ਹੈ, ਇਹਨੂੰ ਲਾਲ ਕਿਤਾਬ ਵੀ ਅੱਜ ਵੀ ਰੈਫਰ ਕੀਤਾ ਜਾਂਦਾ ਹੈ। ਇਹਦੇ ਅੰਦਰ ਸਾਰਾ ਜਾਦੂ ਟੋਨਾ ਇਦਾਂ ਦੀਆਂ ਚੀਜ਼ਾਂ ਹੀ ਆ। ਦੇਖੋ ਇੱਥੇ ਆਹ ਤਿੰਨੋਂ ਹੁਣ ਜਿਹੜੀਆਂ ਮੈਂ ਤੁਹਾਨੂੰ ਕਿਤਾਬਾਂ ਦੱਸੀਆਂ, ਆਹ ਦੇਖੋ ਪਹਿਲੀ ਕਿਤਾਬ ਰੱਬ ਦੀ ਤਾਰੀਫ ਆ, ਰੱਬ ਨਾਲ ਗੱਲ ਕਰ ਰਹੇ ਆ, ਡਾਇਰੈਕਟ ਚੀਜ਼ ਹੈ। ਇੱਥੇ ਤੁਹਾਡੇ ਜਿਹੜੇ ਵਹਿਮ ਹੈ ਉਹ ਜ਼ਿਆਦਾ ਆ ਗਏ ਆ, ਕਿੱਦਾਂ ਕੋਈ ਚੀਜ਼ ਪਰਫਾਰਮ ਕਰਨੀ ਹੈ, ਜਾਦੂ ਟੋਨਾ, ਇਹ ਸਭ ਕੁਝ ਵਹਿਮ ਹੈ। ਤਾਂ ਇੱਥੇ ਇਹ ਸਭ ਕੁਝ ਤੁਹਾਡੇ ਜ਼ਿਆਦਾ ਵੱਧ ਗਏ, ਠੀਕ ਹੈ। ਤਾਂ ਹੌਲੀ ਹੌਲੀ ਸਮਾਜ ਵਿੱਚ ਜਿਵੇਂ ਜਿਵੇਂ ਧਰਮ ਵਧਿਆ, ਇਹ ਚੀਜ਼ ਵੀ ਵਧੀ। ਪਹਿਲਾਂ ਲੋਕੀ ਡਾਇਰੈਕਟਲੀ, ਪਹਿਲਾਂ ਜਦੋਂ ਰੱਬ ਦੀ ਵਰਸ਼ਿਪ ਸੀ, ਦੇਖੋ ਮੰਦਿਰ ਤਾਂ ਬਾਅਦ ਚ ਵੀ ਨਹੀਂ ਬਣੇ, ਇੱਥੇ ਮੰਦਿਰ ਨਹੀਂ ਹੁੰਦੇ ਸੀ ਹਜੇ, ਮੰਦਿਰ ਬਹੁਤ ਬਾਅਦ ਜਾ ਕੇ ਬਣੇ। ਸਾਰੀ ਵਰਸ਼ਿਪ ਘਰੇ ਹੀ ਹੁੰਦੀ ਸੀ, ਪਰ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਪੰਡਿਤਾਂ ਦੀ ਵੀ ਲੋੜ ਨਹੀਂ ਹੁੰਦੀ ਸੀ। ਰਿਗਵੇਦ ਦੇ ਟਾਈਮ ਹਰ ਬੰਦਾ ਖੁਦ ਰਿਗਵੇਦ ਪੜ੍ਹੇ, ਹਰ ਬੰਦਾ ਰੱਬ ਨੂੰ ਯਾਦ ਕਰੇ, ਜੋ ਮੰਗਣਾ ਚਾਹੁੰਦਾ ਉਹ ਮੰਗੇ, ਰੱਬ ਤੋਂ ਬੇਨਤੀ ਕਰੇ। ਬਾਅਦ ਇਹ ਸਾਰੀ ਸੈਰੇਮਨੀ, ਹਰ ਚੀਜ਼, ਤੁਹਾਡੇ ਹਵਨ ਕੁੰਡ, ਸਭ ਕੁਝ ਵਿੱਚ ਕੀ ਪੰਡਿਤਾਂ ਨੂੰ ਖਾਸ ਬੁਲਾਣਾ, ਠੀਕ ਹੈ, ਉਹ ਸਭ ਕੁਝ ਬਾਅਦ ਵਿੱਚ ਸ਼ੁਰੂ ਹੋਇਆ। ਕਿਉਂਕਿ ਲੋਕਾਂ ਨੇ ਖੁਦ ਜਦੋਂ ਵੇਦ ਪੜ੍ਹਨੇ ਬੰਦ ਕਰਤੇ, ਲੋਕਾਂ ਨੇ ਸਵਾਲ ਚੱਕਣੇ ਬੰਦ ਕਰਤੇ, ਇੱਕ ਤਾਂ ਉਹਦੇ ਕਾਰਨ ਲੋਕਾਂ ਦਾ ਹੋਰ ਚੀਜ਼ਾਂ ਵਿੱਚ ਵਿਸ਼ਵਾਸ ਵਧਿਆ, ਤੇ ਨਾਲ ਜੇ ਤੁਸੀਂ ਦੇਖੋਗੇ ਤੁਹਾਡੇ ਸਮਾਜ ਵਿੱਚ ਜਿੰਨੀਆਂ ਬੁਰਾਈਆਂ ਵੀ ਆਈਆਂ ਇਸੇ ਟਾਈਮ ਤੇ ਹੀ ਆਈਆਂ।
ਸਟਾਰਟਿੰਗ ਵਿੱਚ ਜੋ ਸਮਾਜ ਆਇਆ ਸੀ, ਸਮਾਜ ਜੋ ਸ਼ੁਰੂ ਹੋਇਆ, ਜੋ ਰਿਗਵੇਦਿਕ ਏਜ ਸ਼ੁਰੂ ਹੀ ਹੋਈ ਹੈ, ਉਦੋਂ ਮਰਦ ਤੇ ਔਰਤ ਵਿੱਚ ਜਿਵੇਂ ਉਹ ਦੋਨੋਂ ਦਾ ਬਰਾਬਰ ਦਾ ਦਰਜਾ ਸੀ, ਅੱਡ ਅੱਡ ਕੋਈ ਫਰਕ ਨਹੀਂ ਕੀਤਾ ਜਾਂਦਾ ਸੀ। ਉਹ ਫਰਕ ਹੌਲੀ ਹੌਲੀ ਇੱਥੇ ਜਾ ਕੇ ਤੁਹਾਡਾ ਖਤਮ ਹੋਣ ਲੱਗ ਗਿਆ ਮਤਲਬ ਸੌਰੀ, ਜਿਹੜਾ ਪਹਿਲਾਂ ਸਟਾਰਟਿੰਗ ਕੋਈ ਫਰਕ ਨਹੀਂ ਹੁੰਦਾ, ਦੋਨੋਂ ਬਰਾਬਰ ਹੁੰਦੇ ਸੀ, ਬਾਅਦ ਚ ਫਰਕ ਕ੍ਰੀਏਟ ਹੋਇਆ। ਉਵੇਂ ਹੀ ਜਿਵੇਂ ਆਪਣੇ ਤੁਹਾਡੇ ਰਿਗਵੇਦ ਵਿੱਚ ਓਰੀਜਨਲੀ 4 ਵਰਨ ਦਿੱਤੇ ਹੋਏ ਸੀ, ਤੁਹਾਡੇ ਸਮਾਜ ਨੂੰ 4 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਰਿਗਵੇਦ ਨਹੀਂ ਵੰਡਿਆ ਹੋਇਆ ਸੀ, ਠੀਕ ਹੈ। ਪਰ ਰਿਗਵੇਦਿਕ ਸਮਾਜ ਜਿਹੜਾ ਸੀਗਾ, ਇਹਨੇ ਜਿਹੜਾ 4 ਹਿੱਸਿਆਂ ਵਿੱਚ ਸਮਾਜ ਨੂੰ ਵੰਡਿਆ ਸੀ, ਇਹ ਇਸ ਤੌਰ ਤੇ ਵੰਡਿਆ ਸੀ ਕਿ ਕਿਹੜਾ ਬੰਦਾ ਕਿਹੜਾ ਕੰਮ ਕਰ ਰਿਹਾ। ਜਿਵੇਂ ਅੱਜ ਵੀ ਸਰਕਾਰ ਨੇ ਕੋਈ ਕਾਨੂੰਨ ਬਣਾਣੇ, ਕੁਝ ਵੀ ਬਣਾਣੇ ਹੈ, ਡਾਕਟਰ ਕੌਣ ਹੈ, ਇੰਜੀਨੀਅਰ ਕੌਣ ਹੈ, ਟੀਚਰ ਕੌਣ ਹੈ, ਇਹ ਸਾਰੇ ਅੱਡ-ਅੱਡ ਪ੍ਰੋਫੈਸ਼ਨ ਅੱਜ ਵੀ ਆਪਾਂ ਵੰਡਦੇ ਹਾਂ। ਤਾਂ ਇਹਨਾਂ 'ਚ ਆਪਾਂ ਕੋਈ ਫਰਕ ਥੋੜੀ ਕਰਦੇ ਹਾਂ। ਤਾਂ ਜਦੋਂ ਰਿਗਵੇਦ ਨੇ ਇਹਨਾਂ ਨੂੰ ਚਾਰਾਂ 'ਚ ਵੰਡਿਆ ਸੀ, ਉਹਨਾਂ ਦੇ ਆਰਥਿਕ ਤੌਰ ਤੇ ਵੰਡਿਆ ਸੀ ਕਿ ਕੰਮ ਕੀ ਕਰਦੇ ਆ, ਠੀਕ ਹੈ। ਜਿਵੇਂ ਬ੍ਰਾਹਮਣ ਦਾ ਕੰਮ ਸੀਗਾ ਲਿਖਣਾ, ਪੜ੍ਹਨਾ ਤੇ ਰਿਕਾਰਡ ਰੱਖਣਾ, ਠੀਕ ਹੈ। ਕਿ ਛਤਰੀਆ ਦਾ ਕੰਮ ਸੀਗਾ ਤੁਹਾਡੇ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਆ ਉਹਨੂੰ ਚਲਾਉਣਾ, ਫੌਜ ਵਿੱਚ ਹਿੱਸਾ ਲੈਣਾ, ਇਹ ਸਾਰਾ ਕੰਮ ਇਹਨਾਂ ਦਾ ਸੀ। ਜਿਹੜੇ ਥੋੜੇ ਵੈਸ਼ਿਆ ਸੀਗੇ, ਇਹਨਾਂ ਦਾ ਕੰਮ ਸੀਗਾ ਤੁਹਾਡਾ ਬਿਜ਼ਨਸ ਕਰਨਾ, ਤੁਹਾਡਾ ਟ੍ਰੇਡ ਕਮਰਸ, ਇਹ ਇਹਨਾਂ ਦਾ ਕੰਮ ਸੀ। ਤੇ ਜਿਹੜੇ ਸ਼ੂਦਰ ਸੀਗਾ, ਇਹਨਾਂ ਦਾ ਕੰਮ ਸੀ ਪਸ਼ੂਆਂ ਦਾ ਧਿਆਨ ਰੱਖਣਾ ਤੇ ਤੁਹਾਡਾ ਬਾਅਦ ਚ ਖੇਤੀਬਾੜੀ, ਇਹ ਸਾਰਾ ਕੰਮ ਕਰਨਾ, ਠੀਕ ਹੈ। ਤੇ ਇਸ ਤਰੀਕੇ ਨਾਲ ਤੁਸੀਂ ਕਿਹੜਾ ਕੰਮ ਕਰਦੇ ਹੋ, ਉਸ ਮੁਤਾਬਿਕ ਤੁਹਾਡੇ ਸਮਾਜ 'ਚ ਤੁਸੀਂ ਉਸ ਵਰਨ ਦਾ ਹਿੱਸਾ ਹੁੰਦੇ ਸੀ। ਤੇ ਕੋਈ ਫਿਕਸ ਨਹੀਂ ਹੁੰਦਾ ਸੀ ਕਿ ਇੱਕੋ ਪਰਿਵਾਰ ਦਾ ਬੰਦਾ ਇੱਕੋ ਵਰਨ ਵਿੱਚ ਰਹੂਗਾ। ਹੁਣ ਸ਼ਾਇਦ ਜਿਵੇਂ ਲਿਖੀਆਂ ਵੀ ਗਈਆਂ ਗੱਲਾਂ ਕਿ ਜਿਹੜੇ ਬੰਦੇ ਨੇ ਲਿਖਿਆ, ਉਹ ਇੱਕ ਜਗ੍ਹਾ ਤੇ ਲਿਖਿਆ ਵੀ ਹੋਇਆ, ਜਿਹੜਾ ਬੰਦਾ ਲਿਖ ਰਿਹਾ ਸੀ, ਆਬਵੀਅਸਲੀ ਲਿਖ ਰਿਹਾ ਸੀ ਤਾਂ ਉਹ ਬ੍ਰਾਹਮਣ ਸੀ, ਕਿ ਮੈਂ ਬ੍ਰਾਹਮਣ ਹੈ, ਮੇਰਾ ਭਰਾ ਫੌਜ ਵਿੱਚ ਆ ਤਾਂ ਕਸ਼ਤਰੀ ਹੈ, ਮੇਰੇ ਫਾਦਰ ਖੇਤੀ ਕਰਦੇ ਆ ਤਾਂ ਸ਼ੂਦਰ। ਯਾਨੀ ਕਿ ਇੱਕੋ ਪਰਿਵਾਰ ਦੇ 3 ਲੋਕ 3 ਅੱਡ-ਅੱਡ ਪ੍ਰੋਫੈਸ਼ਨ ਵਿੱਚ ਆ, ਠੀਕ ਹੈ। ਤੇ ਇਹ ਹੋ ਸਕਦਾ ਸੀ ਕਿਉਂਕਿ ਇਸ ਚੀਜ਼ ਤੇ ਕਿ ਤੁਸੀਂ ਕੰਮ ਕੀ ਕਰਦੇ ਹੋ, ਹੋਰ ਕੋਈ ਵੀ ਚੀਜ਼ ਤੇ ਨਹੀਂ ਡਿਪੈਂਡ ਕਰਦਾ ਸੀ, ਠੀਕ ਹੈ। ਕੀਤੇ ਤੇ ਹੀ ਆਧਾਰਿਤ ਹੁੰਦਾ ਸੀ ਕਿ ਤੁਸੀਂ ਕੰਮ ਕੀ ਕਰਦੇ ਹੋ, ਠੀਕ ਹੈ। ਹੁਣ ਬਾਅਦ ਵਿੱਚ ਕੀ ਹੋਇਆ, ਦੇਖੋ ਜਦੋਂ ਬ੍ਰਾਹਮਣ ਸੀਗੇ, ਬਾਅਦ ਚ ਲੋਕਾਂ ਨੇ ਜਿਵੇਂ ਜਿਵੇਂ ਬ੍ਰਾਹਮਣਸ ਨੂੰ ਕੰਮ ਦੇਣਾ ਸ਼ੁਰੂ ਕੀਤਾ ਕਿ ਤੁਸੀਂ ਹੀ ਆ ਕੇ ਸਾਡੇ ਇੱਥੇ ਵਰਸ਼ਿਪ ਕਰੋ, ਤੁਸੀਂ ਆ ਕੇ ਸਾਡੀ ਪੂਜਾ, ਇਹ ਸਭ ਕੁਝ ਕਰੋ, ਤਾਂ ਆਬਵੀਅਸਲੀ ਉਹਨਾਂ ਦੀ ਇੰਪੋਰਟੈਂਸ ਵਧਣ ਲੱਗੀ। ਉਹਨਾਂ ਦੀ ਇੰਪੋਰਟੈਂਸ ਵਧਣ ਲੱਗੀ ਤਾਂ ਉਹਨਾਂ ਨੂੰ ਲੱਗਿਆ ਕਿ ਮੇਰੇ ਪਰਿਵਾਰ ਤੋਂ ਇਹ ਚੀਜ਼ ਬਾਹਰ ਹੀ ਨਾ ਜਾਵੇ। ਤਾਂ ਇੱਥੇ ਤੁਹਾਡਾ ਕੱਟਰਪਨ ਆਉਣ ਲੱਗਿਆ ਕਿ ਇੱਥੇ ਉਹਨਾਂ ਨੇ ਫਿਰ ਡਿਵਾਈਡ ਕਰਨਾ ਸ਼ੁਰੂ ਕਰਤਾ ਕਿ ਜਿਹੜਾ ਬੰਦਾ ਹੁਣ ਜਿਹੜੇ ਪਰਿਵਾਰ ਵਿੱਚ ਪੈਦਾ ਹੋਇਆ, ਉਹਦਾ ਵਰਨ ਉਹੀ ਬਣੂਗਾ। ਤਾਂ ਬਾਅਦ ਵਿੱਚ ਜਾ ਕੇ ਜਿਹੜਾ ਤੁਹਾਡਾ ਯੁੱਗ ਆਇਆ, ਉਹਦੇ ਵਿੱਚ ਜਨਮ ਦੀ ਜਿਹੜੀ ਦੁਰਘਟਨਾ ਹੈ, ਉਹਦੇ ਆਧਾਰ ਤੇ ਹੀ ਕੀਤਾ ਗਿਆ। ਦੇਖੋ ਦੁਰਘਟਨਾ ਕਿਉਂ ਕਹਿੰਦੇ ਜਨਮ ਦੀ, ਜਨਮ ਹਮੇਸ਼ਾ ਇੱਕ ਐਕਸੀਡੈਂਟ ਹੁੰਦਾ। ਤੁਸੀਂ ਕਦੀ ਪਰਿਵਾਰ ਚੁਣਦੇ ਨਹੀਂ ਹੋ ਕਿ ਤੁਸੀਂ ਕਿਸ ਪਰਿਵਾਰ 'ਚ ਪੈਦਾ ਹੋਣਾ ਹੈ, ਤੁਸੀਂ ਕਿਸੇ ਵੀ ਪਰਿਵਾਰ 'ਚ ਪੈਦਾ ਹੋ ਸਕਦੇ ਹੋ, ਪਿਓਰਲੀ ਐਕਸੀਡੈਂਟ ਹੁੰਦਾ, ਦੁਰਘਟਨਾ ਹੁੰਦੀ ਹੈ। ਇਸੇ ਲਈ ਜਿਹੜਾ ਬੰਦਾ ਜਿਹੜੇ ਵਰਨ ਦੇ ਪਰਿਵਾਰ ਵਿੱਚ ਪੈਦਾ ਹੋ ਗਿਆ, ਬਾਅਦ ਵਿੱਚ ਜਾ ਕੇ ਸਿਸਟਮ ਇਹ ਬਣ ਗਿਆ ਕਿ ਉਸੇ ਵਿੱਚ ਹੀ ਰਹੂਗਾ। ਕਿਉਂਕਿ ਜਦੋਂ ਬ੍ਰਾਹਮਣ ਫਿਰ ਪੂਜਾ ਲਈ ਆਉਂਦੇ ਸੀ, ਉਹਨਾਂ ਨੂੰ ਗਿਫਟ ਮਿਲਦੇ ਸੀ, ਠੀਕ ਹੈ। ਲੋਕਾਂ ਨੇ ਖੁਦ ਵੇਦ ਪੜ੍ਹਨੇ ਬੰਦ ਕਰਤੇ, ਤਾਂ ਇਹ ਸਵਾਲ ਹੀ ਨਹੀਂ ਚੱਕਿਆ ਕਿ ਕਿਤੇ ਵੀ ਵੇਦਾਂ ਰਿਗਵੇਦ ਤਾਂ ਕਿਤੇ ਵੀ ਲਿਖਿਆ ਹੀ ਨਹੀਂ ਕਿ ਵਰਨ ਤੁਹਾਡੇ ਫਿਕਸ ਹੋਣਗੇ। ਉਹ 'ਚ ਲਿਖਿਆ ਹੋਇਆ ਰਿਗਵੇਦ 'ਚ ਕਿ ਜਿਹੜਾ ਬੰਦਾ ਜਿਹੜਾ ਕੰਮ ਕਰੂਗਾ ਉਸ ਵੇਦ ਦਾ, ਉਸ ਵਰਨ ਦਾ ਹੋ ਜਾਊਗਾ, ਠੀਕ ਹੈ। ਤਾਂ ਜਿਹੜੇ ਬ੍ਰਾਹਮਣ ਹੈ, ਉਹ ਸਭ ਤੋਂ ਉਹਨਾਂ ਨੇ ਪੜ੍ਹਨਾ ਲਿਖਣਾ, ਧਰਮ ਦਾ ਸਾਰੇ ਮਾਮਲੇ ਉਹਨਾਂ ਨੇ ਕੰਟਰੋਲ ਕਰਨੇ ਸ਼ੁਰੂ ਕਰਤੇ। ਇਹ ਸਭ ਕੁਝ ਇਸ ਵਰਨ ਦੇ ਹੋ ਗਏ। ਕਸ਼ਤਰੀਆ ਜਿਹੜੇ ਸੀਗੇ, ਕਸ਼ਤਰੀਆ ਕਿਉਂਕਿ ਐਡਮਿਨਿਸਟ੍ਰੇਸ਼ਨ ਰਾਜੇ ਇਹਨਾਂ ਵਿੱਚੋਂ ਹੁੰਦੇ ਸੀ, ਟੌਪ ਦੀਆਂ ਪੋਜੀਸ਼ਨਾਂ ਇੱਥੋਂ ਸੀ, ਇਸ ਕਾਰਨ ਇਹਨਾਂ ਨੇ ਵੀ ਸਮਰਥਨ ਦਿੱਤਾ। ਆਪਸ ਸਾਂਠ-ਗਾਂਠ ਹੋ ਗਈ ਕਿ ਸਾਨੂੰ ਐਡਮਿਨਿਸਟ੍ਰੇਸ਼ਨ ਦੀਆਂ ਪੋਜੀਸ਼ਨਸ ਕੰਟਰੋਲ ਕਰਨ ਦਿਓ, ਤੁਸੀਂ ਧਰਮ ਦੀਆਂ ਕੰਟਰੋਲ ਕਰੋ। ਵੀ ਸਾਰੀ ਪ੍ਰਜਾ ਵਿੱਚੋਂ ਹੀ ਚੁਣਿਆ ਜਾਂਦਾ ਸੀ। ਉਹਦੇ ਬਾਰੇ ਹੁਣੇ ਮੈਂ ਤੁਹਾਨੂੰ ਥੋੜਾ ਟਾਈਮ ਦੱਸਦਾ। ਵੈਸ਼ਿਆ ਆਪਣਾ ਵਪਾਰ ਕਰਦੇ ਸੀ, ਉਹਨਾਂ ਨੂੰ ਵੇਦ ਥੋੜੀ ਬਹੁਤੀ ਪੂਜਾ ਕਰਨੀ ਅਲਾਉਡ ਹੁੰਦੀ ਸੀ, ਠੀਕ ਹੈ, ਪਰ ਵੇਦ ਡਾਇਰੈਕਟਲੀ ਖੁਦ ਪੜ੍ਹਨੇ ਅਲਾਉਡ ਨਹੀਂ ਸੀ। ਉਹਦੇ ਲਈ ਫਿਰ ਉਹਨਾਂ ਨੂੰ ਬ੍ਰਾਹਮਣ ਦੀ ਮਦਦ ਹੀ ਬੋਲਿਆ ਗਿਆ ਕਿ ਉਹਨਾਂ ਦੀ ਲੈਣੀ ਪੈਣੀ ਹੈ ਤੇ ਫਿਰ ਗਿਫਟ ਦੇਣੇ ਪੈਣੇ ਆ। ਤੇ ਸ਼ੂਦਰ ਨੂੰ ਨਾ ਖੁਦ ਪੂਜਾ ਕਰਨੀ ਅਲਾਉਡ ਸੀ, ਨਾ ਉਹਨਾਂ ਨੂੰ ਵੇਦ ਪੜ੍ਹਨੇ ਅਲਾਉਡ ਸੀ। ਉਹਨਾਂ ਲਈ ਜਿਹੜੇ ਸ਼ੂਦਰ ਸੀਗੇ, ਉਹਨਾਂ ਦਾ ਪਿਓਰਲੀ ਕੰਮ ਸੀਗਾ ਬਾਕੀ 3 ਵਰਨ ਦੀ ਸੇਵਾ ਕਰਨਾ। ਜਦੋਂ ਬਾਅਦ ਵਿੱਚ ਜਿਹੜਾ ਯੁੱਗ, ਤਾਂ ਹੀ ਡਿਸਕ੍ਰਿਮੀਨੇਸ਼ਨ ਹੋਈ।
ਦੇਖੋ ਪਹਿਲਾਂ ਇਹ ਚਾਰੋਂ ਬਰਾਬਰ ਸੀ, ਜੋ ਮਰਜ਼ੀ ਤੁਸੀਂ ਜੋ ਕੰਮ ਕਰ ਰਹੇ ਹੋ ਤੁਹਾਡੇ ਕੀਤੇ ਤੇ ਇਹ, ਬਾਅਦ ਵਿੱਚ ਇਹ ਇੱਕ ਪੌੜੀ ਵਾਂਗੂ ਹੋ ਗਿਆ। ਬ੍ਰਾਹਮਣ ਨੇ ਆਪਣੇ ਆਪ ਨੂੰ ਸਭ ਤੋਂ ਉੱਤੇ ਰੱਖਿਆ, ਕਿ ਕਸ਼ਤਰੀਆ ਉਸ ਤੋਂ ਬਾਅਦ, ਵੈਸ਼ਯ ਉਸ ਤੋਂ ਬਾਅਦ, ਤੇ ਥੱਲੇ ਸਭ ਤੋਂ ਸ਼ੂਦਰ ਹੋ ਗਏ ਤੁਹਾਡੇ। ਇਸ ਕਾਰਨ ਹੀ ਤੁਹਾਡੇ ਸਮਾਜ ਵਿੱਚ ਜਿਹੜਾ ਭੇਦਭਾਵ ਸੀ ਉਹ ਸ਼ੁਰੂ ਹੋਇਆ। ਠੀਕ ਹੈ, ਪਹਿਲਾਂ ਇੱਕੋ ਪਰਿਵਾਰ ਦੇ ਲੋਕ ਸਾਰੇ ਵਰਨ ਦੇ ਹੋ ਸਕਦੇ ਸੀ, ਤੇ ਰਿਗਵੇਦ ਵਿੱਚ ਇਹੀ ਲਿਖਿਆ ਹੋਇਆ। ਤੇ ਏਦਾਂ ਹੀ ਸਿਸਟਮ, ਬਸ ਲੋਕਾਂ ਨੇ ਜਦੋਂ ਸਵਾਲ ਚੱਕਣਾ ਬੰਦ ਕਰਤਾ ਧਰਮ ਤੇ, ਜੋ ਬੋਲਿਆ ਗਿਆ ਲੋਕਾਂ ਨੇ ਉਹ ਮੰਨ ਲਿਆ, ਤੇ ਆਪਣੇ ਆਪ ਹੀ ਸਮਾਜ ਵਿੱਚ ਫਰਕ ਵੀ ਪੈਦਾ ਹੋਣਾ ਸ਼ੁਰੂ ਹੋ ਗਿਆ। ਸੇਮ ਚੀਜ਼ ਥੋੜੀ ਔਰਤਾਂ ਨਾਲ ਵੀ ਹੋਈ। ਦੇਖੋ ਔਰਤਾਂ ਜਦੋਂ, ਜਿਹੜਾ ਪ੍ਰਾਚੀਨ ਯੁੱਗ ਹੋਇਆ, ਜਿਹੜਾ ਰਿਗਵੇਦ ਜਦੋਂ ਲਿਖਿਆ ਗਿਆ ਤੇ ਬਾਅਦ ਜਿਹੜੇ ਵੇਦ ਲਿਖੇ ਗਏ ਆ, ਇਸ ਵਿੱਚ ਕਿੱਦਾਂ ਫਰਕ ਆਇਆ। ਦੇਖੋ ਜਿਹੜੇ ਪ੍ਰਾਚੀਨ ਸਮੇਂ ਸੀ, ਇਸ ਟਾਈਮ ਤੇ ਮਰਦ ਤੇ ਔਰਤ ਬਿਲਕੁਲ ਬਰਾਬਰ ਮੰਨੇ ਜਾਂਦੇ ਸੀ, ਕੋਈ ਭੇਦਭਾਵ ਨਹੀਂ ਸੀ। ਸਾਰੇ ਫੈਸਲਿਆਂ ਵਿੱਚ ਜਿੱਥੇ ਮਰਦ ਪਾਰਟਿਸਿਪੇਟ ਕਰਦੇ ਸੀ ਉੱਥੇ ਹੀ ਔਰਤਾਂ ਪਾਰਟਿਸਿਪੇਟ ਕਰਦੀਆਂ ਸੀ, ਹਰ ਚੀਜ਼ ਬਰਾਬਰ ਹੀ ਸੀ। ਬਾਅਦ ਵਿੱਚ ਜਾ ਕੇ ਔਰਤਾਂ ਨੂੰ ਮਰਦਾਂ ਦੇ ਥੱਲੇ ਲਾ ਦਿੱਤਾ ਗਿਆ, ਕਿ ਜੋ ਮਰਦ ਕਹਿਣਗੇ, ਘਰ ਦੇ ਮਰਦ ਜੋ ਕਹਿਣਗੇ ਔਰਤਾਂ ਨੂੰ ਉਹੀ ਕਰਨਾ ਪਊਗਾ। ਇਹ ਪਹਿਲਾਂ ਨਹੀਂ ਸੀ ਓਰੀਜਨਲ ਰਿਲੀਜਨ ਤੇ, ਪਰ ਉਹੀ ਗੱਲ ਹੈ, ਸਵਾਲ ਚੱਕਣਾ ਬੰਦ ਕੀਤਾ ਤਾਂ ਹੀ ਔਰਤਾਂ ਦਾ ਵੀ ਸਟੇਟਸ ਗਿਰਨਾ ਸ਼ੁਰੂ ਹੋ ਗਿਆ। ਠੀਕ ਹੈ, ਪਹਿਲਾਂ ਬਰਾਬਰ ਦੀ ਰਾਜਨੀਤੀ ਵਿੱਚ ਵੀ ਬਰਾਬਰ ਦੀ ਭਾਗੀਦਾਰੀ ਸੀਗੀ। ਦੇਖੋ ਪਹਿਲਾਂ ਕੀ ਹੁੰਦਾ ਸੀ, ਜਿੰਨੇ ਵੀ ਲੋਕ ਹੈ ਇੱਕ ਸਾਰੇ ਜਿਹੜੇ ਇਕੱਠੇ ਇਲਾਕੇ ਵਿੱਚ ਰਹਿੰਦੇ ਸੀ, ਉਹ ਕਬੀਲੇ ਦੇ ਤੌਰ ਤੇ ਰਹਿੰਦੇ ਸੀ, ਟ੍ਰਾਈਬ ਦੇ ਤੌਰ ਤੇ ਰਹਿੰਦੇ ਸੀ। ਠੀਕ ਹੈ, ਉਹਨਾਂ ਨੂੰ ਆਪਾਂ ਕਹਿੰਦੇ ਸੀ ਜਨ। ਠੀਕ ਹੈ, ਜਨ ਦਾ ਮਤਲਬ ਅੱਜ ਵੀ ਜਨਗਣਨਾ ਜਿਵੇਂ ਰੈਫਰ ਕਰਦੇ, ਜਨ ਦਾ ਮਤਲਬ ਲੋਕ ਹੁੰਦੇ ਆ, ਤਾਂ ਕਬੀਲੇ ਦੇ ਤੌਰ ਤੇ ਰਹਿੰਦੇ, ਟ੍ਰਾਈਬ ਦੇ ਤੌਰ ਤੇ ਰਹਿੰਦੇ ਸੀ। ਹੁਣ ਹਰ ਕਬੀਲੇ ਦੇ ਅੰਦਰ ਬਹੁਤ ਸਾਰੇ ਪਰਿਵਾਰ ਹੋਣਗੇ। ਠੀਕ ਹੈ, ਹੁਣ ਜਦੋਂ ਪਰਿਵਾਰਾਂ ਦੇ ਰਿਗਾਰਡਿੰਗ ਕੋਈ ਕਾਨੂੰਨ ਬਣਾਣੇ, ਕੁਝ ਵੀ ਬਣਾਣੇ, ਫਿਰ ਨਾ ਇੱਕ ਬੋਡੀ ਬੁਲਾਈ ਜਾਂਦੀ ਸੀ, ਜਿਹਨੂੰ ਕਹਿੰਦੇ ਸੀ ਉਹ ਸਭਾ। ਸਭਾ 'ਚ ਕੀ ਹੁੰਦਾ ਸੀ, ਦੇਖੋ ਉਸ ਟਾਈਮ ਵੀ ਆਪਣਾ ਜਿਹੜਾ ਸਮਾਜ ਸੀ ਉਹ 'ਚ ਮਰਦ ਹੈਡ ਉਹੀ ਹੁੰਦੇ ਸੀ, ਮਰਦ ਪ੍ਰਥਾ ਸਮਾਜ ਹੀ ਸੀ, ਕਿ ਜਿਹੜੀ ਹੈਡ ਆਫ ਦੀ ਫੈਮਿਲੀ ਹੋਊਗਾ ਉਹ ਮੇਲ ਹੀ ਹੋਊਗਾ। ਜਿਵੇਂ ਜਿਹੜੇ ਦਾਦਾ ਪੜਦਾਦਾ ਕੋਈ ਵੀ ਹੋਇਆ, ਮੇਲ ਜਿਹੜਾ ਘਰੇ ਸਭ ਤੋਂ ਵੱਡਾ ਹੋਊਗਾ ਉਹ ਆਪਣੇ ਆਪ ਹੀ ਫੈਮਿਲੀ ਦਾ ਹੈਡ ਹੋਊਗਾ। ਸਭਾ ਕੀ ਹੁੰਦੀ ਸੀ, ਸਾਰੇ ਘਰਾਂ ਵਿੱਚੋਂ ਜਿਹੜਾ ਹੈਡ ਆਫ ਮੇਲ ਹੈਡ ਹੋਊਗਾ ਉਹ ਸਾਰਿਆਂ ਨੂੰ ਬੁਲਾਇਆ ਜਾਂਦਾ ਸੀ, ਤੇ ਪਰਿਵਾਰ ਦੇ ਰਿਗਾਰਡਿੰਗ ਕੋਈ ਫੈਸਲੇ ਲੈਣੇ ਆ ਸਾਰਿਆਂ ਨੇ ਇਹਨਾਂ ਨੇ ਮਿਲ ਕੇ ਬਣਾ ਲੈਣੇ ਆ। ਜਦੋਂ ਕੋਈ ਇਦਾਂ ਦਾ ਮਾਮਲਾ ਜਿੱਥੇ ਸਾਰੇ ਜਨ ਨੂੰ ਕੰਸੀਡਰ ਕੀਤਾ ਜਾਣਾ, ਉਦੋਂ ਬੁਲਾਈ ਜਾਂਦੀ ਸੀ ਸਮਿਤੀ। ਸਮਿਤੀ ਵਿੱਚ ਕੀ ਹੁੰਦਾ ਸੀ, ਜਿੰਨਾ ਵੀ ਤੁਹਾਡੇ ਜਨ ਹੈ, ਜਿੰਨੇ ਵੀ ਤੁਹਾਡੇ ਕਬੀਲੇ ਦੇ ਲੋਕ ਹੈ, ਐਡਲਟ ਹੈ, ਠੀਕ ਹੈ, ਚਾਹੇ ਉਹ ਮੇਲ ਹੈ, ਚਾਹੇ ਉਹ ਫੀਮੇਲ ਹੈ, ਚਾਹੇ ਮਰਦ ਹੈ, ਚਾਹੇ ਔਰਤ ਹੈ, ਸਾਰਿਆਂ ਨੂੰ ਬੁਲਾਇਆ ਜਾਂਦਾ ਸੀ। ਜਿਵੇਂ ਕੋਈ ਯੁੱਧ ਲੜਨਾ ਹੈ, ਸਾਰਿਆਂ ਨੂੰ ਬੁਲਾਇਆ ਜਾਂਦਾ ਸੀ ਤੇ ਮਿਲ ਕੇ ਫੈਸਲਾ ਲਿੱਤਾ ਜਾਂਦਾ ਸੀ ਕਿ ਆਪਾਂ ਕੀ ਕਰਨਾ। ਠੀਕ ਹੈ, ਉਹਦੇ ਲਈ ਸਮਿਤੀ ਬੁਲਾਈ ਜਾਂਦੀ। ਤਾਂ ਸਮਿਤੀ ਕਿੱਦਾਂ ਦੀ ਬੋਡੀ ਸੀ, ਜਿੱਥੇ ਬਰਾਬਰ ਦਾ ਫੈਸਲਾ, ਔਰਤਾਂ ਵੀ ਆਉਂਦੀਆਂ ਸੀ, ਔਰਤਾਂ ਵੀ ਫੈਸਲੇ ਵਿੱਚ ਹਿੱਸਾ ਲੈਂਦੀਆਂ ਸੀ। ਬਾਅਦ ਵਿੱਚ ਜਾਂਦੇ ਹੋਏ ਕੀ ਹੋਇਆ, ਬਾਅਦ ਦੇ ਯੁੱਗ ਵਿੱਚ ਇਹ ਦੋਨੋਂ ਬੋਡੀਆਂ ਦੀ ਇੰਪੋਰਟੈਂਸ ਹੀ ਖਤਮ ਹੋ ਗਈ। ਜਦੋਂ ਤੁਹਾਡਾ ਰਾਜੇ ਦੀ ਇੰਪੋਰਟੈਂਸ ਵਧਣ ਲੱਗੀ, ਠੀਕ ਹੈ, ਦੇਖੋ ਜਿਵੇਂ ਜਿਵੇਂ ਥੋੜੇ ਯੁੱਧ ਵਧੇ ਆ, ਥੋੜੇ ਰਾਜੇ ਦੀ ਇੰਪੋਰਟੈਂਸ ਵਧਣ ਲੱਗੀ, ਕਿਉਂਕਿ ਜਦੋਂ ਯੁੱਧ ਤੇ ਜਾਣਾ ਹੁੰਦਾ ਸੀ, ਰਾਜਾ ਕਿਉਂ ਚੁਣਿਆ ਜਾਂਦਾ, ਜੇ ਸਾਰੇ ਫੈਸਲੇ ਸਾਰੇ ਲੋਕ ਮਿਲ ਕੇ ਲੈ ਰਹੇ ਤੇ ਰਾਜਾ ਕਿਉਂ ਤਾਂ ਵੀ ਚੁਣਦੇ ਸੀ, ਰਾਜਾ ਪਹਿਲਾਂ ਵੀ ਚੁਣਦੇ ਸੀ। ਪਰ ਗੱਲ ਕੀ ਸੀ, ਰਾਜਾ ਪਹਿਲਾਂ ਕਿਉਂ ਚੁਣਿਆ ਜਾਂਦਾ ਸੀ, ਕਿਉਂਕਿ ਜਦ ਤੁਸੀਂ ਯੁੱਧ ਲੜਨਾ ਤੁਹਾਨੂੰ ਕੋਈ ਨਾ ਕੋਈ ਲੀਡਰ ਚਾਹੀਦਾ, ਜਿਹੜਾ ਤੁਹਾਨੂੰ ਲੀਡ ਕਰ ਸਕੇ ਕਿ ਆਪਾਂ ਯੁੱਧ ਕਿੱਦਾਂ ਲੜਨਾ। ਉਹ ਰਹਿੰਦਾ ਆਮ ਲੋਕਾਂ ਵਾਂਗੂ ਹੀ ਸੀ, ਸਾਰੇ ਕਬੀਲੇ ਦੇ ਵਿੱਚ ਇੱਕ ਆਮ ਜਿਹੇ ਘਰ ਵਿੱਚ ਹੀ ਰਹਿੰਦਾ ਸੀ, ਕੋਈ ਉਹਦੇ ਕੋਲੇ ਕਿਲ੍ਹਾ ਹੀ ਨਹੀਂ ਹੁੰਦੇ ਸੀ, ਕੋਈ ਸੈਨਾ ਨਹੀਂ ਹੁੰਦੀ ਸੀ, ਸਾਰੇ ਕਿਉਂਕਿ ਲੋਕ ਮਿਲ ਕੇ ਲੜਦੇ ਸੀ। ਪਰ ਜਿਵੇਂ ਜਿਵੇਂ ਲੜਾਈਆਂ ਵਧਣ ਲੱਗੀਆਂ, ਰਾਜੇ ਨੂੰ ਆਪਣੀ ਇੰਪੋਰਟੈਂਸ ਦਿਖਾਣੀ ਪਈ, ਦੂਜੇ ਰਾਜੇ ਦੇ ਅੱਗੇ ਸ਼ਕਤੀ ਦਿਖਾਉਣ ਲਈ। ਹੁਣ ਜਦੋਂ ਉਹਨੇ ਸ਼ਕਤੀ ਦਿਖਾਣੀ ਹੈ ਤਾਂ ਉਹਨੇ ਕਿਲ੍ਹੇ ਵੀ ਬਣਾਉਣੇ ਸ਼ੁਰੂ ਕੀਤੇ, ਤਾਂ ਫੌਜ ਵੀ ਰੱਖਣੀ ਸ਼ੁਰੂ ਕੀਤੀ। ਜਦੋਂ ਇਦਾਂ ਦੀਆਂ ਚੀਜ਼ਾਂ ਉਹਨੇ ਕਰਨੀਆਂ ਸ਼ੁਰੂ ਕੀਤੀਆਂ, ਤਾਂ ਜਿਹੜੀਆਂ ਤੁਹਾਡੀ ਡੈਮੋਕ੍ਰੇਸੀ ਦੀਆਂ, ਲੋਕਤੰਤਰ ਦੀਆਂ ਦੋ ਬੋਡੀਆਂ ਸੀਗੀਆਂ, ਸਭਾ ਤੇ ਸਮਿਤੀ, ਇਹ ਦੋਨਾਂ ਦੀ ਇੱਥੇ ਇੰਪੋਰਟੈਂਸ ਖਤਮ ਹੋਣ ਲੱਗੀ। ਕਦੀ ਆਪਾਂ ਨੂੰ ਮੇਨਸ ਦੇ ਕੁਐਸਚਨ ਵੀ ਲਿਖਣੇ ਹੋਣ ਤਾਂ ਯਾਦ ਰੱਖਿਓ, ਭਾਰਤ ਵਿੱਚ ਲੋਕਤੰਤਰ ਇੱਕ ਬਹੁਤ ਹੀ ਪੁਰਾਣਾ ਇੰਸਟੀਟਿਊਸ਼ਨ ਰਿਹਾ। ਸਭਾ ਸਮਿਤੀ ਵੈਦਿਕ ਏਜ ਵਿੱਚੋਂ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਲਿਖ ਸਕਦੇ ਹੋ ਕਿ ਇੱਥੇ ਵੀ ਆਪਣੇ ਲੋਕਤੰਤਰ ਦੇ ਦੁਆਰਾ ਲੋਕ ਆਪਣੇ ਫੈਸਲੇ ਲੈਂਦੇ ਰਹੇ ਆ। ਠੀਕ ਹੈ, ਅਗਲੀ ਚੀਜ਼ ਦੇਖੋ, ਔਰਤਾਂ ਨੂੰ ਪਹਿਲਾਂ ਆਪਣਾ ਖੁਦ ਦਾ ਜੀਵਨ ਸਾਥੀ ਚੁਣਨ ਦੀ ਵੀ ਪਰਮਿਸ਼ਨ ਹੁੰਦੀ ਸੀ, ਤੇ ਕੋਈ ਵੀ ਸਤੀ ਤੇ ਦਾਜ ਦੀ ਕੋਈ ਵੀ ਪ੍ਰਥਾ ਨਹੀਂ ਐਗਜ਼ਿਸਟ ਕਰਦੀ ਸੀ। ਯਾਨੀ ਕਿ
ਔਰਤਾਂ ਆਪਣੇ ਖੁਦ ਜੋ ਉਹਨਾਂ ਦਾ ਹਸਬੈਂਡ ਕੌਣ ਬਣੂਗਾ ਉਹ ਵੀ ਚੂਜ਼ ਕਰ ਸਕਦੀਆਂ ਸੀ। ਨਾ ਸਤੀ ਹੁੰਦੀ ਸੀ, ਸਤੀ ਦਾ ਮਤਲਬ ਹੈ ਜਦੋਂ ਹਸਬੈਂਡ ਦੀ ਡੈਥ ਹੋ ਗਈ ਜ਼ਿੰਦਾ ਜਲਾ ਦਿੰਦੇ ਸੀ ਨਾਲ ਹੀ, ਨਾ ਦਾਜ ਦੇਣਾ ਪੈਂਦਾ ਸੀ। ਪਰ ਬਾਅਦ ਵਿੱਚ ਜਾ ਕੇ ਇਹ ਚੁਣਨ ਦੀ ਜਿਹੜਾ ਆਪਸ਼ਨ ਸੀ ਉਹ ਵੀ ਖਤਮ ਕਰ ਦਿੱਤਾ ਗਿਆ, ਤੇ ਸਤੀ ਤੇ ਦਹੇਜ ਦੀ ਜਿਹੜੀ ਦਾਜ ਦੀ ਪ੍ਰਥਾ ਹੈ ਇਹ ਵੀ ਥੋੜੀ ਸ਼ੁਰੂ ਹੋ ਗਈ ਸੀ। ਠੀਕ ਹੈ, ਪਹਿਲਾਂ ਥੋੜੇ ਵੇਦ ਪੜ੍ਹਨੇ ਥੋੜੀ ਔਰਤਾਂ ਨੂੰ ਵੀ ਅਲਾਉਡ ਸੀਗੇ। ਦੇਖੋ ਜਿਹੜਾ ਤੁਹਾਡਾ ਰਿਗਵੇਦ ਹੈ ਨਾ, ਰਿਗਵੇਦ ਤਾਂ ਥੋੜੇ ਮਰਦਾਂ ਦੇ ਨਾਲ ਨਾਲ ਥੋੜੇ ਜ਼ਿਆਦਾਤਰ ਥੋੜਾ ਰਿਗਵੇਦ ਮਰਦਾਂ ਦੁਆਰਾ ਲਿਖਿਆ ਗਿਆ, ਪਰ ਔਰਤਾਂ ਦੁਆਰਾ ਵੀ ਲਿਖਿਆ ਗਿਆ। ਜਿਵੇਂ ਇੱਕ ਬਹੁਤ ਹੀ ਫੇਮਸ ਰਾਈਟਰ ਹੈ ਤੁਹਾਡੀ ਗਾਰਗੀ, ਗਾਰਗੀ ਰਿਗਵੇਦ ਇਹਨਾਂ ਨੇ ਵੀ ਲਿਖਿਆ। ਗਾਰਗੀ ਦਾ ਨਾਮ ਆਉਂਦਾ ਰਿਗਵੇਦ ਦੇ ਅੰਦਰ। ਗਾਰਗੀ ਇੱਕ ਫੀਮੇਲ ਰਾਈਟਰ ਸੀਗੀ ਜਿਨ੍ਹਾਂ ਨੇ ਰਿਗਵੇਦ ਲਿਖਿਆ, ਤੇ ਇਦਾਂ ਹੋਰ ਵੀ ਰਾਈਟਰਸ ਆ, ਗਾਰਗੀ ਬਹੁਤ ਜ਼ਿਆਦਾ ਉਹਨਾਂ ਨੇ ਲਿਖੇ ਹੋਏ ਆ, ਤਾਂ ਗਾਰਗੀ ਖਾਸ ਕਰ ਫੇਮਸ ਹੈ। ਠੀਕ ਹੈ, ਤਾਂ ਇੱਥੇ ਔਰਤਾਂ ਨੂੰ ਵੇਦ ਪੜ੍ਹਨ ਦੀ ਵੀ ਪਰਮਿਸ਼ਨ ਸੀ, ਲਿਖਣ ਦੀ ਵੀ ਪਰਮਿਸ਼ਨ ਸੀ। ਰਿਗਵੇਦ ਦੇ ਅੰਦਰ ਫੀਮੇਲ ਨੇ ਲਿਖਿਆ ਵੀ ਹੋਇਆ, ਪਰ ਬਾਅਦ ਵਿੱਚ ਪੜ੍ਹਨ ਲਿਖਣ ਦੀ ਕੋਈ ਪਰਮਿਸ਼ਨ ਨਹੀਂ ਰਹੀ। ਠੀਕ ਹੈ, ਉਹਨਾਂ ਨੂੰ ਬੋਲਿਆ ਗਿਆ ਕਿ ਤੁਹਾਡਾ ਰੁਤਬਾ ਸ਼ੂਦਰ ਦੇ ਬਰਾਬਰ ਹੀ ਹੈ, ਸ਼ੂਦਰ ਨੂੰ ਵੀ ਪੜ੍ਹਨਾ ਲਿਖਣਾ ਅਲਾਉਡ ਨਹੀਂ ਹੈ, ਤੁਹਾਨੂੰ ਵੀ ਨਹੀਂ ਹੈ, ਤੁਸੀਂ ਵੀ ਇਕੱਲੇ ਬਹਿ ਕੇ ਪੂਜਾ ਨਹੀਂ ਕਰ ਸਕਦੇ, ਉਹ ਵੀ ਨਹੀਂ ਕਰ ਸਕਦੇ। ਠੀਕ ਹੈ, ਉਹਨਾਂ ਨੂੰ ਆ ਸਤੀ ਦੇ ਨਾਲ ਨਾਲ ਆਖਰੀ ਪੁਆਇੰਟ ਵੀ ਦੱਸਦਾ। ਪਹਿਲਾਂ ਉਹਨਾਂ ਨੂੰ ਦੁਆਰਾ ਤੋਂ ਵਿਆਹ ਕਰਾਉਣਾ ਵੀ ਅਲਾਉਡ ਹੁੰਦਾ ਸੀ। ਜੇ ਹਸਬੈਂਡ ਦੀ ਡੈਥ ਹੋ ਗਈ, ਹਸਬੈਂਡ ਘਰ ਛੱਡ ਕੇ ਚਲਾ ਗਿਆ, ਕੁਝ ਵੀ ਹੈ, ਵਾਈਫ ਨੂੰ ਹਮੇਸ਼ਾ ਕੋਈ ਹੋਰ ਵਿਆਹ ਕਰਵਾਉਣ ਦੀ ਪਰਮਿਸ਼ਨ ਹੁੰਦੀ ਸੀ ਕਿ ਉਹ ਕੋਈ ਕਿਸੇ ਹੋਰ ਨਾਲ ਵਿਆਹ ਕਰਵਾ ਲੈਣ। ਪਰ ਬਾਅਦ ਜਦੋਂ ਸਤੀ ਸ਼ੁਰੂ ਕਰਤੀ ਤਾਂ ਪਹਿਲੀ ਗੱਲ ਤਾਂ ਕੋਸ਼ਿਸ਼ ਇਹੀ ਹੁੰਦੀ ਸੀ ਕਿ ਸਤੀ ਹੀ ਕਰਵਾ ਦਿਓ। ਦੇਖੋ ਸਤੀ ਨੂੰ ਇੱਕ ਬਹੁਤ ਠੋਸ ਧਰਮ ਦਾ ਨਾਮ ਦੇ ਦਿੱਤਾ ਗਿਆ ਕਿ ਜਿਹੜੀ ਵਾਈਫ ਆਪਣੇ ਹਸਬੈਂਡ ਨੂੰ ਪਿਆਰ ਕਰਦੀ ਹੈ ਸਿਰਫ ਉਹੀ ਸਤੀ ਦੇ ਕਰ ਸਕਦੀ ਹੈ। ਪਰ ਐਕਚੁਅਲੀ ਇਹਦਾ ਜੋ ਕਾਰਨ ਸੀਗਾ ਉਹ ਧਰਮ ਤੋਂ ਵੱਧ ਕੇ ਆਰਥਿਕ ਚੀਜ਼ਾਂ ਜ਼ਿਆਦਾ ਸੀ। ਦੇਖੋ ਹੁੰਦਾ ਕੀ ਸੀ, ਜੇ ਕੋਈ ਮੈਰਿਡ ਕਪਲ ਹੈ, ਉਹਨਾਂ ਦਾ ਜੇ ਕੋਈ ਬੱਚਾ ਵੀ ਹੈ, ਹੁਣ ਜੇ ਹਸਬੈਂਡ ਨੂੰ ਕੋਈ ਪ੍ਰਾਪਰਟੀ ਹੈ, ਹਸਬੈਂਡ ਦੀ ਡੈਥ ਤੋਂ ਬਾਅਦ ਉਹੀ ਪ੍ਰਾਪਰਟੀ ਉਹਦੇ ਬੱਚੇ ਤੇ ਉਹਦੀ ਮਦਰ ਉਹਨਾਂ ਦੀ ਹੋਈ। ਹੁਣ ਜੇ ਇਹਨਾਂ ਨੇ ਕਿਸੇ ਹੋਰ ਮੇਲ ਨਾਲ ਵਿਆਹ ਕਰਵਾ ਲਿਆ ਤਾਂ ਪ੍ਰਾਪਰਟੀ ਵੀ ਤਾਂ ਉਸ ਫੈਮਿਲੀ ਚਲੀ ਗਈ ਜਿੱਥੇ ਉਹਨੇ ਵਿਆਹ ਕਰਵਾ ਲਿਆ, ਤਾਂ ਸਾਰਾ ਲੈਂਡ ਜੋ ਵੀ ਉਹਨੂੰ ਮਿਲਿਆ ਸੀ ਉਹ ਸਾਰਾ ਇੱਥੇ ਚਲਾ ਗਿਆ। ਇਸ ਪਰਿਵਾਰ ਦੇ ਬਾਕੀ ਲੋਕਾਂ ਨੂੰ ਲੱਗਦਾ ਸੀ ਕਿ ਆਹ ਜਿਹੜਾ ਸਾਡੇ ਪਰਿਵਾਰ ਦਾ ਲੈਂਡ ਸੀ ਇਹ ਕਿਸੇ ਹੋਰ ਨੂੰ ਮਿਲ ਗਿਆ। ਤਾਂ ਇਹਨਾਂ ਨੇ ਬਾਅਦ ਕੀ ਕਰਨਾ ਸ਼ੁਰੂ ਕੀਤਾ, ਇਹਨਾਂ ਨੇ ਇਹਨਾਂ ਨੂੰ ਜਲਾਣਾ ਹੀ ਸ਼ੁਰੂ ਕੀਤਾ ਕਿ ਇਹ ਖਤਮ ਹੋ ਜਾਊਗਾ ਤਾਂ ਰੀ ਮੈਰਿਜ ਦਾ ਕੋਈ ਕਨਸੈਪਟ ਹੀ ਨਹੀਂ ਰਹੂਗਾ, ਦੁਬਾਰਾ ਤੋਂ ਵਿਆਹ ਦਾ ਕਨਸੈਪਟ ਨਹੀਂ ਰਹੂਗਾ, ਤਾਂ ਪਰਿਵਾਰ ਤੋਂ ਬਾਹਰ ਕਦੀ ਪ੍ਰਾਪਰਟੀ ਜਾਊਗੀ ਨਹੀਂ, ਤੇ ਪ੍ਰਾਪਰਟੀ ਦੇ ਪਿੱਛੇ ਜਲਾ ਵੀ ਦਿੰਦੇ ਸੀ। ਤਾਂ ਜਦੋਂ ਅੱਜ ਕਈ ਵਾਰੀ ਆਪਾਂ ਕਹਿੰਦੇ ਕਿ ਅੱਜ ਦਾ ਯੁੱਗ ਬਹੁਤ ਖਰਾਬ ਹੋ ਚੁੱਕਿਆ, ਐਕਚੁਅਲੀ ਪਹਿਲਾਂ ਨਾਲੋਂ ਕੰਡੀਸ਼ਨ ਬਹੁਤ ਇੰਪਰੂਵ ਹੋਈ ਹੈ। ਪਹਿਲਾਂ ਤਾਂ ਇਦਾਂ ਜਲਾ ਹੀ ਦਿੰਦੇ ਸੀ ਇਹ ਚੀਜ਼ਾਂ, ਸਾਰੀ ਚੀਜ਼ਾਂ ਦੇ ਬਾਰੇ। ਠੀਕ ਹੈ, ਆਪਾਂ ਕਹਿੰਦੇ ਕ੍ਰਾਈਮ ਵੱਧ ਗਿਆ, ਕ੍ਰਾਈਮ ਨਹੀਂ ਵਧਿਆ, ਕ੍ਰਾਈਮ ਦੀ ਰਿਪੋਰਟਿੰਗ ਵਧੀ ਹੈ। ਕ੍ਰਾਈਮ ਤਾਂ ਇਹ ਵੀ ਸੀਗੇ ਤੇ ਲੋਕੀ ਖੜ ਕੇ ਦੇਖਦੇ ਹੀ ਸੀ। ਠੀਕ ਹੈ, ਇਦੋਂ ਬਾਅਦ ਦੇਖੋ ਪਹਿਲੀ ਗੱਲ ਤਾਂ ਹੁੰਦੀ ਸੀ ਲੋਕਾਂ ਨੂੰ ਕੋਸ਼ਿਸ਼ ਹੁੰਦੀ ਸੀ ਕਿ ਫੀਮੇਲ ਤੋਂ ਸਤੀ ਕਰਵਾ ਦੇਣ। ਜੇ ਕੋਈ ਫੀਮੇਲ ਸਤੀ ਨਹੀਂ ਕਰਦੀ ਸੀ ਨਾ, ਤਾਂ ਜਿਹੜੀ ਵਿਧਵਾ ਦੀ ਜਿਹੜੀ ਜ਼ਿੰਦਗੀ ਸੀਗੀ ਉਹ ਬਹੁਤ ਹੀ ਦੁਰਭਾਗੇ ਸੀ, ਬਹੁਤ ਹੀ ਜ਼ਿਆਦਾ ਕਸ਼ਟ ਦਿੱਤੇ ਜਾਂਦੇ, ਘਰੋਂ ਕੱਢ ਦਿੱਤਾ ਜਾਂਦਾ ਸੀ, ਧੱਕੇ ਖਾ ਖਾ ਕੇ ਜ਼ਿੰਦਗੀ ਗੁਜ਼ਾਰਨਾ, ਬਹੁਤ ਹੀ ਬੁਰੀ ਜ਼ਿੰਦਗੀ ਸੀ। ਕੋਈ ਵੀ ਉਹਨੂੰ ਮਤਲਬ ਜਿਹੜੇ ਉਹਦੇ ਓਰੀਜਨਲੀ ਪੇਰੈਂਟ ਸੀਗੇ ਉਹ ਵੀ ਉਹਨੂੰ ਵਾਪਸ ਨਹੀਂ ਲੈਂਦੇ ਸੀਗੇ, ਹਸਬੈਂਡ ਦੇ ਘਰੋਂ ਵੀ ਕੱਢ ਦਿੱਤੀ ਗਈ ਆ, ਤਾਂ ਦਰ ਦਰ ਠੋਕਰ ਖਾ ਖਾ ਕੇ ਜ਼ਿੰਦਗੀ ਗੁਜ਼ਾਰਨੀ ਪੈਂਦੀ ਸੀ। ਠੀਕ ਹੈ, ਪਹਿਲਾਂ ਕੀ ਸੀ, ਇੱਕ ਵਿਆਹੁਤਾ, ਯਾਨੀ ਕਿ ਇੱਕ ਵਿਆਹੁਤਾ ਦਾ ਮਤਲਬ ਹੈ ਕਿ ਇੱਕੋ ਵਾਈਫ ਰੱਖਣਾ ਸਭ ਤੋਂ ਕਾਮਨ ਸੀਗਾ ਕਿ ਇੱਕ ਵਾਈਫ ਹੈ ਇੱਕ ਹਸਬੈਂਡ ਹੈ, ਬਸ ਇਦਾਂ ਪਰਿਵਾਰ ਐਗਜ਼ਿਸਟ ਕਰਦੇ ਸੀ। ਠੀਕ ਹੈ, ਬੂ ਵਿਆਹ ਜਿਹੜੇ ਸੀਗੇ ਉਹ ਬਹੁਤ ਘੱਟ ਸੀਗੇ, ਜਿੱਥੇ ਮਲਟੀਪਲ ਵਾਈਫਸ ਆ ਉਹ ਵਿਆਹ ਬਹੁਤ ਘੱਟ ਸੀਗੇ। ਪਰ ਬਾਅਦ ਵਿੱਚ ਜਾ ਜਾ ਕੇ ਇਦਾਂ ਇਹ ਚੀਜ਼ ਵੀ ਕਾਮਨ ਹੋਣ ਲੱਗ ਗਈ ਕਿ ਲੋਕਾਂ ਨੇ ਮਲਟੀਪਲ ਵਾਈਫਸ ਰੱਖਣੀਆਂ ਸ਼ੁਰੂ ਕਰਤੀਆਂ, ਜ਼ਿਆਦਾ ਵਿਆਹ ਕਰਨੇ ਸ਼ੁਰੂ ਕਰਤੇ। ਇਹਦੇ ਨਾਲ ਹੋਊਗਾ ਕਿ ਦੇਖੋ ਜਿਸ ਪਰਿਵਾਰ ਦੇ ਅੰਦਰ ਜ਼ਿਆਦਾ ਵਾਈਫਸ ਹੋਣਗੀਆਂ, ਆਬਵੀਅਸਲੀ ਵਾਈਫਸ ਦੀ ਜੋ ਕਮਾਂਡਿੰਗ ਹੈ ਡਿਸੀਜਨ ਮੇਕਿੰਗ ਚ ਰੋਲ ਹੈ ਉਹ ਆਪਣੇ ਆਪ ਹੀ ਘਟ ਜਾਊਗਾ। ਜੇ ਵਾਈਫ ਹੀ ਹੋ ਗਿਆ ਤਾਂ ਉਹਦੀ ਇੰਪੋਰਟੈਂਸ ਆਪਣੇ ਆਪ ਹੀ ਘਟ ਜਾਊਗੀ। ਠੀਕ ਹੈ, ਹੁਣ ਲਾਸਟ ਵਿੱਚ ਵੈਦਿਕ ਯੁੱਗ ਦੀ ਰਾਜਨੀਤੀ ਬਾਰੇ ਗੱਲ ਕਰੀਏ। ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਪਹਿਲਾਂ ਸਟਾਰਟਿੰਗ ਵਿੱਚ ਜਿਹੜੇ ਰਾਜੇ ਹੁੰਦੇ ਸੀ ਉਹਨਾਂ ਦੀ ਨਾ ਕੋਈ ਰਾਜਧਾਨੀ ਸੀ, ਨਾ ਕੋਈ ਕਿਲੇ ਸੀਗੇ, ਨਾ ਕੋਈ ਖੜੀਆਂ ਫੌਜਾਂ ਸੀਗੀਆਂ। ਆਮ ਲੋਕਾਂ ਦੇ ਤੌਰ ਤੇ ਸਾਰੇ ਦੇ ਸਾਰੇ ਜਨ ਪਿੰਡ ਦੇ ਅੰਦਰ ਹੀ ਰਹਿੰਦੇ ਸੀ ਸਾਰਿਆਂ ਨਾਲ। ਬਾਅਦ ਵਿੱਚ ਜਾ ਕੇ ਹੋਇਆ ਕੀ ਹੈ, ਬਾਅਦ ਵਿੱਚ
ਰਾਜਿਆਂ ਨੂੰ ਜਦੋਂ ਆਪਣੀ ਸ਼ਕਤੀ ਦਿਖਾਣੀ ਪਈ, ਉਹਨਾਂ ਨੇ ਵੱਡੇ ਵੱਡੇ ਯਗਨ ਵੀ ਕਰਨੇ ਸ਼ੁਰੂ ਕੀਤੇ। ਠੀਕ ਹੈ, ਵੱਡੇ ਵੱਡੇ ਤੁਹਾਡੇ ਹਵਨ ਕੁੰਡ ਬਣਵਾਏ, ਜ਼ਿਆਦਾ ਪੰਡਿਤ ਹੋਣ, ਉਹਨਾਂ ਦੀ ਜਦੋਂ ਉਹਨਾਂ ਨੂੰ ਮੁਕੁਟ ਪਹਿਨਾਇਆ ਜਾ ਰਿਹਾ, ਵੱਡੀ ਸਾਰੀ ਸੈਰੇਮਨੀ ਹੋਵੇ ਤਾਂ ਕਿ ਦਿਖੇ ਕਿ ਰਾਜਾ ਬਹੁਤ ਸ਼ਕਤੀਸ਼ਾਲੀ ਹੈ। ਪਰ ਇਦਾਂ ਦੀ ਸਾਰੀ ਚੀਜ਼ਾਂ ਲਈ ਫਿਰ ਉਹਨਾਂ ਨੇ ਆਪਣੇ ਕਿਲੇ ਵੀ ਬਣਾਉਣੇ ਸ਼ੁਰੂ ਕੀਤੇ, ਫੌਜਾਂ ਵੀ ਰੱਖਣੀਆਂ ਸ਼ੁਰੂ ਕਰਤੀਆਂ। ਪਹਿਲਾਂ ਕੀ ਹੁੰਦਾ ਸੀ, ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ, ਤਾਂ ਉਹਦੇ ਖਾਨਦਾਨ ਦੇ ਅੰਦਰ ਇਹ ਨਹੀਂ ਰਹਿੰਦਾ ਸੀ ਕਿ ਇੱਕੋ ਬੰਦੇ ਦੇ ਰਾਜੇ ਦਾ ਬੇਟਾ ਵੀ ਰਾਜਾ ਬਣੂਗਾ, ਇਹ ਕੋਈ ਜ਼ਰੂਰੀ ਨਹੀਂ ਸੀ। ਸਾਰਾ ਜਨ, ਸਾਰੀ ਟ੍ਰਾਈਬ ਮਿਲ ਕੇ ਚੁਣਦੀ ਸੀ ਸਾਡਾ ਰਾਜਾ ਕੌਣ ਹੋਊਗਾ, ਰਿਗਵੈਦਿਕ ਦੇ ਟਾਈਮ, ਪ੍ਰਾਚੀਨ ਵੈਦਿਕ ਦੇ ਟਾਈਮ। ਪਰ ਬਾਅਦ ਵਿੱਚ ਜਾਂਦੇ ਜਾਂਦੇ ਕੀ ਹੋਇਆ ਕਿ ਜਿਹੜਾ ਰਾਜਾ, ਉਹਨੇ ਆਪਣੀ ਪੋਜੀਸ਼ਨ ਫਿਕਸ ਕਰ ਲਈ ਕਿ ਮੇਰਾ ਬੇਟਾ ਹੀ ਮੇਰੇ ਬਾਅਦ ਕੁਰਸੀ ਤੇ ਬੈਠੂਗਾ। ਪਹਿਲਾਂ ਇਦਾਂ ਨਹੀਂ ਹੁੰਦਾ ਸੀ। ਰਾਜਾ ਆਪਣੇ ਸਾਰੇ ਫੈਸਲੇ ਪਹਿਲਾਂ ਕਾਉਂਸਲ ਤੋਂ ਪੁੱਛ ਕੇ ਲੈਂਦਾ ਸੀ, ਜਿਹਦੇ ਅੰਦਰ ਇੱਕ ਪੁਜਾਰੀ ਤੇ ਤੁਹਾਡੇ ਸੈਨਾਪਤੀ ਹੁੰਦੇ ਸੀ, ਉਹਨਾਂ ਤੋਂ ਪੁੱਛ ਕੇ ਫੈਸਲੇ ਲੈਂਦਾ ਸੀ। ਬਾਅਦ ਚ ਉਹਨੇ ਸਾਰੀ ਪਾਵਰ ਆਪਣੇ ਹੱਥ ਵਿੱਚ ਲੈਣੀ ਸ਼ੁਰੂ ਕਰ ਲਈ। ਪਹਿਲਾਂ ਜਦੋਂ, ਕਿਉਂਕਿ ਕੋਈ ਸਿਸਟਮ ਨਹੀਂ ਹੁੰਦਾ ਸੀ, ਤਾਂ ਕੋਈ ਟੈਕਸੇਸ਼ਨ ਦਾ ਸਿਸਟਮ ਵੀ ਨਹੀਂ ਹੁੰਦਾ ਸੀ, ਕਰ ਦਾ ਕੋਈ ਸਿਸਟਮ ਨਹੀਂ ਹੁੰਦਾ ਸੀ, ਕਰਾਧਾਨ ਦਾ, ਕਿ ਕਿਸ ਤਰੀਕੇ ਨਾਲ ਟੈਕਸਸ ਹੋਣਗੇ। ਤਾਂ ਲੋਕੀ ਗਿਫਟ ਦੇ ਜਾਂਦੇ ਸੀ ਰਾਜੇ ਨੂੰ ਕਿ ਸਾਡੇ ਵੱਲੋਂ ਇੰਨਾ ਪੈਸਾ ਲੈ ਲਓ, ਇਹਦਾ ਜੋ ਤੁਸੀਂ ਕਰ ਸਕਦੇ ਹੋ ਇਹ ਤੋਂ ਕੰਮ ਕਰ ਲਓ। ਬਾਅਦ ਵਿੱਚ ਕੀ ਹੋਇਆ, ਇਹੀ ਚੀਜ਼ ਬਦਲ ਗਈ ਤੇ ਰਾਜੇ ਨੇ ਇੱਕ ਪੂਰਾ ਕਰ ਦਾ ਸਿਸਟਮ, ਕਿਉਂਕਿ ਹੁਣ ਕਿਲੇ ਬਣਾਉਣੇ ਆ, ਫੌਜਾਂ ਰੱਖਣੀਆਂ, ਤਾਂ ਤੁਹਾਨੂੰ ਪੈਸੇ ਦੀ ਵੀ ਲੋੜ ਹੈ। ਤੇ ਇਸ ਕਾਰਨ ਉਹਨਾਂ ਨੇ ਪ੍ਰੋਪਰ ਸਾਰਾ ਲੈਕਚਰ, ਮਿਲਦੇ ਆ ਤੁਹਾਨੂੰ ਅਗਲੇ ਲੈਕਚਰ 'ਚ। ਥੈਂਕ ਯੂ।